ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ प्रसाद हमें दृष्ट शुभ कराए हरे यग पाप सगल मल काम क्रोध हर लोभ मोह वस करे सब है बल सदा सुख मन वसै दुख संसार खोवै गुर नव निध दरियाओ जन्म हम कालख धोवै गुर नव निध दरियाओ जन्म हम कालख धोवै सतनाम वाहिगुरु साहिब जीओ सूही महला पंजवा पै सागर तरिया हर हर नाम ध्याए राम पै सागर तरिया हर हर नाम ध्याए राम गुण गोपाल गावो नित सखी हो सगल मनोरथ पाए राम सफल जन्म होवा मिल साधु एक ओंकार ध्याए राम जप एक प्रभु अनेक रवैया सर्व मंडल छाया ब्रह्मों पसारा ब्रह्म पसरया सब ब्रह्म दृष्टि आया जल थल महियल पूर पूरन तिस बिना नहीं जाए पेख दर्शन नानक बिगसै आप लय मिलाए जल थल महियल पूर पूरन तिस बिना नहीं जाए पेख दर्शन नानक बिगसै आप लय मिलाए। वाहिगुरु जी का खालसा वाहिगुरु जी की फतेह। जुगो जुग अटल तन तन गुरु ग्रंथ साहिब जी गुरु पातशाह जी दी अपर अपार अजमत बख्शिश नवाजिश शाम समय दी हाज़री पढ़न का सानू ये सुभाग है। आप गुरबाणी कीर्तन स्रोत पा रहे सी हुण समा बनिया है गुर शब्द व्याख्या नाल सी सांझ पाउणी है। गुर शब्द व्याख्या विच सूही राग दे छंतां दी विचार चलदी है। गुरु अर्जन साहब द्वारा उचरित किए गए मुकामी संदेश सानू प्राप्त ने। जो बचन आप अज विचार गोचरे सरवण कर रहे हो जिसका पाठ आपने स्रोत किया है इस छंत का चौथा पद आया। विचार का आगाज करते हैं इस पावन बंद की पहली सतर तो गुण गोपाल गावो नित सखी हो सगल मनोरथ पाए राम। गुण गोपाल गावो नित सखियो। जो तुसी शब्द के सारे प्रसंग नूं देखिए पै सागर तरिया हर हर नाम ध्याए राम इत्थों बात शुरू हुई सी। एक जिन्हों कह लो इन जनरल गल करते गुरु साहब पर मोस्टली अपने आप ते टुकाउंदे संदेश सारियां लई है पर दसिया अपने आप नूं जा रहा है। ये सब तो
ਬੈਸਟ ਤੇ ਯੂਨੀਵਰਸਲ ਅਪਰੋਚ ਮੰਨੀ ਗਈ ਅੱਜ ਦੀ ਦੁਨੀਆ ਵਿੱਚ ਵੀ। ਜਿਵੇਂ ਸਪੋਜ਼ ਕਰੋ ਤੁਸੀਂ ਆਪਣੀ ਫੈਮਿਲੀ ਵਿੱਚ ਆਪਣੇ ਆਫਸਪ੍ਰਿੰਗਸ ਨੂੰ, ਸਿਬਲਿੰਗਸ ਨੂੰ, ਫੈਮਿਲੀ ਮੈਂਬਰਸ ਨੂੰ you want to really teach them something, you really want to show some sort of higher level of ideas, the best approach would be try to involve them in a conversation. And actually when that conversation is happening, you can give your own examples. You can just tell them while you are talking to them, and meanwhile you are telling all these things to yourself again and again. ਇਹਨੂੰ ਮੈਂ ਸਰਲ ਕਰਕੇ ਬਿਆਨ ਕਰਦਾ। ਐਡਿਕਸ਼ਨ ਜਿਹਦੀ ਬੜੀ ਕਮਾਲ ਦੀ ਅਪਰੋਚ ਅਡਾਪਟ ਕੀਤੀ ਜਾਂਦੀ ਹੈ, ਜਿਹਨੂੰ ਅਸੀਂ ਫੈਮਿਲੀ ਇਨਵੋਲਵਮੈਂਟ ਕਹਿੰਦੇ ਹਾਂ। ਕੋਈ ਇੰਡੀਵਿਜੂਅਲ ਆ, ਉਹ ਕਹਿੰਦਾ ਕਿ ਮੇਰੀ ਤੇ ਨਸ਼ੇ ਦੀ ਕੋਈ ਪ੍ਰੋਬਲਮ ਹੀ ਨਹੀਂ ਹੈਗੀ, ਫੈਮਿਲੀ ਸਫਰ ਕਰ ਰਹੀ ਹੈ, ਉਹ ਵੀ ਸਫਰ ਕਰ ਰਿਹਾ ਹੈ। ਉਹ ਕੋਈ ਨਸ਼ਾ ਕਰਦਾ ਹੈ ਜਿਹਦੇ ਕਰਕੇ ਜੌਬ ਨਹੀਂ ਕਰ ਪਾ ਰਿਹਾ, ਜਾਂ ਜੌਬ ਜਾ ਰਹੀ ਹੈ, ਫਾਈਨੈਂਸ਼ੀਅਲ ਲਾਸ ਹੋ ਰਹੇ ਨੇ, ਸੋਸ਼ਲ ਸਟੇਟਸ ਖਰਾਬ ਹੋ ਰਿਹਾ, ਫੈਮਿਲੀ ਇਨਵਾਇਰਮੈਂਟ ਖਰਾਬ ਹੋ ਰਿਹਾ, ਉਹਦੀ ਸਿਹਤ ਖਰਾਬ ਹੋ ਰਹੀ ਹੈ, ਅਤੇ ਫੈਮਿਲੀ ਬੜੀ ਵਰੀਡ ਹੈ ਉਹਦੇ ਬਾਰੇ, ਪਰ ਕਰ ਕੁਛ ਨਹੀਂ ਸਕਦੇ ਬਿਕੋਜ਼ ਦੈਟ ਪਰਸਨ ਇਜ਼ ਇਨ ਡਿਨਾਇਲ ਐਂਡ ਹੀ ਔਰ ਸ਼ੀ ਇਜ਼ ਸੇਇੰਗ ਨੋ ਆਈ ਡੋਂਟ ਹੈਵ ਐਨੀ ਇਸ਼ੂ, ਯੂ ਗਾਇਜ਼ ਆਰ ਜਸਟ ਮੇਕਿੰਗ ਇਟ। ਕੀ ਕੀਤਾ ਜਾਏ? ਇਹਦੇ ਲਈ ਫਿਰ ਉਹ ਜਿਹੜੀ ਅਪਰੋਚ ਅਡਾਪਟ ਕਰਦੇ ਹੋ, ਕਹਿੰਦੇ ਇਸ ਤਰ੍ਹਾਂ ਕੀਤਾ ਜਾਏ ਕਿ ਫੈਮਿਲੀ ਮੀਟਿੰਗ ਕਰੋ। ਫੈਮਿਲੀ ਮੀਟਿੰਗ ਦੇ ਵਿੱਚ ਬੈਠੋ, ਤੁਸੀਂ ਇੰਡੀਵਿਜੂਅਲ ਨੂੰ ਕਹੋ ਬੜੇ ਪਿਆਰ ਨਾਲ, ਬੜੇ ਸਤਿਕਾਰ ਨਾਲ ਕਿ ਤੂੰ ਬੜਾ ਵੈਲਿਊਬਲ ਮੈਂਬਰ ਹੈ ਸਾਡੀ ਫੈਮਿਲੀ ਦਾ, ਤੇਰੇ ਨਾਲ ਸਾਡੇ ਸਾਰਿਆਂ ਦੀਆਂ ਖੁਸ਼ੀਆਂ ਸਭ ਚੀਜ਼ਾਂ ਸਾਂਝੀਆਂ ਨੇ। ਐਂਡ ਐਕਚੁਅਲੀ ਜਿਹੜਾ ਬੰਦਾ ਗੱਲ ਕਰ ਰਿਹਾ ਉਹ ਕਹਿ ਸਕਦਾ ਹੈ ਵੀ ਆਈ ਨੋ ਆਈ ਐਮ ਗੋਇੰਗ ਟੂ ਆਸਕ ਇਹ actually big help from you and I know you can provide that help। ਹੁਣ ਬੰਦੇ ਨੂੰ ਲੱਗੇਗਾ ਵੀ ਇਹ ਮੇਰੇ ਐਡਿਕਸ਼ਨ ਤੇ ਗੱਲ ਕਰੇਗਾ, ਹੁਣ ਮੇਰੇ ਤੇ ਆਏਗਾ ਸਿੱਧਾ, ਤੇ ਉਹ 'ਚ ਫਿਰ ਕਿਹਾ ਜਾਏ ਕਿ ਐਕਚੁਅਲ ਲੈਵਲ ਤੇ ਗੱਲ ਇਹ ਹੈ, ਮੈਂ ਨਾ ਜਦੋਂ ਤੂੰ ਘਰੋਂ ਬਾਹਰ ਕਾਫੀ ਲੰਬੀ ਦੇਰ ਤੱਕ ਰਹਿਣਾ, ਆਉਂਦਾ ਨਹੀਂ ਗਾ, ਮੈਨੂੰ ਨੀਂਦ ਨਹੀਂ ਆਉਂਦੀ, ਮੈਨੂੰ ਤੇਰੀ ਹੈਲਪ ਚਾਹੀਦੀ ਹੈ, ਮੈਨੂੰ ਐਂਗਜ਼ਾਇਟੀ ਹੋ ਜਾਂਦੀ ਹੈ। ਹੁਣ ਪ੍ਰੋਬਲਮ ਆਪਣੀ ਦੱਸੀ ਜਾ ਰਹੀ ਹੈ, ਹੈਲਪ ਉਹ ਤੋਂ ਮੰਗੀ ਜਾ ਰਹੀ ਹੈ। ਹੁਣ ਇਹਦੇ ਵਿੱਚ ਕੀ ਹੋਏਗਾ? ਬੜੀ ਬੇਸਿਕ ਜੀ ਗੱਲ ਤੇ ਹੈ। ਬੰਦਾ ਕਹੇਗਾ ਵੀ ਪਹਿਲਾਂ ਤਾਂ ਕਹੇਗਾ ਆਈ ਕੈਨ ਨੋਟ ਡੂ ਐਨੀਥਿੰਗ, ਯੂ ਨੋ ਆਲ ਦੈਟ। ਉਹ ਕਹਿੰਦੇ ਵੀ ਉਹ ਤਾਂ ਗੱਲ ਠੀਕ ਹੈ, ਬਟ ਸਮ ਹਾਓ ਬ੍ਰੇਨ ਸਟੋਰਮ ਤੇ ਕਰੀਏ। ਤੈਨੂੰ ਪਤਾ ਮੈਂ ਤੇ 5 ਦਿਨ ਤੋਂ ਸੋ ਨਹੀਂ ਪਾਇਆ, ਮੈਨੂੰ ਤੇ ਆਹ ਚੀਜ਼ ਹੋਈ ਇਸ ਤਰੀਕੇ ਨਾਲ। ਅਖੀਰ ਕਰਦਿਆਂ ਦੱਸਿਆ ਕੀ ਜਾ ਰਿਹਾ ਆ? ਦੱਸਿਆ ਇਹ ਜਾ ਰਿਹਾ ਆ ਕਿ ਐਕਚੁਅਲ ਲੈਵਲ ਤੇ ਤੈਨੂੰ ਕੁਝ ਤਬਦੀਲ ਕਰਨ ਦੀ ਲੋੜ ਹੈ, ਚੇਂਜ ਕਰਨ ਦੀ ਲੋੜ ਹੈ। ਅਤੇ ਇਹ ਮੰਨਿਆ ਗਿਆ ਕਿ ਇਸ ਅਪਰੋਚ ਦੇ ਨਾਲ ਬਹੁਤਿਆਂ ਦੀ ਕੌਨਸ਼ੀਅਸ ਜਿਹੜੀ ਹੈ ਉਹ ਜਾਗ ਜਾਂਦੀ ਹੈ। ਉਹ ਸੋਚਦੇ ਨੇ ਅੱਛਾ ਸਪੋਜ਼ ਤੂੰ ਰਾਤ ਨੂੰ ਫਿਰ ਤੈਨੂੰ ਨੀਂਦ ਨਹੀਂ ਆਉਂਦੀ ਜੇ ਮੈਂ ਲੇਟ ਦੇਰ ਤੱਕ ਬਾਹਰ ਰਹਿਣਾ, ਤੇ ਹਾਊ ਅਬਾਊਟ ਇਫ ਆਈ ਕਮ ਔਨ ਲਿਟਲ ਬਿਟ ਐਕਚੁਅਲੀ ਅਰਲੀ, ਦੈਟ ਵੁੱਡ ਬੀ ਬਿਗ ਹੈਲਪ। ਮੈਂ ਤੇ ਬਹੁਤ ਧੰਨਵਾਦੀ ਹੋਵਾਂਗਾ ਜੇ ਕਿ ਤੂੰ 1-2 ਦਿਨ ਆ ਜੇ, ਉਹਨੂੰ ਸਪੈਸ਼ਲ ਤੌਰ 'ਤੇ ਕਿਹਾ ਜਾਏ ਵੀ ਕਮਾਲ ਹੋ ਗਈ, ਬੜੀ ਵਧੀਆ ਨੀਂਦ ਆਈ ਮੈਨੂੰ, ਮੈਂ ਬਹੁਤ। ਹੁਣ ਕੀ ਹੈ? ਐਪਰੀਸ਼ੀਏਸ਼ਨ। ਉਹਨੇ ਉਹਨੂੰ ਇੱਕ ਨੈਕਸਟ ਲੈਵਲ 'ਤੇ ਲੈ ਆਉਂਦਾ। ਛੋਟੀਆਂ ਛੋਟੀਆਂ ਚੀਜ਼ਾਂ ਨੇ। ਗੁਰਮਤਿ ਸਕੂਲ ਦੇ ਵਿੱਚ ਇਹਦੇ ਬਾਰੇ ਗੁਰੂ ਸਾਹਿਬ ਨੇ ਸਪਿਰਿਚੁਅਲ ਸਾਈਡ ਤੋਂ, ਰੂਹਾਨੀ ਸਾਈਡ ਤੋਂ ਬੜਾ ਐਜੂਕੇਟ ਕੀਤਾ ਹੈ। ਜਿਵੇਂ ਬੇਨਤੀ ਕੀਤੀ, ਗੱਲ ਤਾਂ ਜਨਰਲ ਕਰਦੇ ਬਾਬਾ ਜੀ, ਪਰ ਐਡਰੈਸ ਆਪਣੇ ਆਪ ਨੂੰ ਕਰਦੇ, ਸਾਨੂੰ ਸਮਝਾਉਂਦੇ, ਸਾਨੂੰ ਦੱਸਦੇ। ਹੁਣ ਜਿਵੇਂ ਇੱਥੇ ਬਚਨ ਆ ਰਿਹਾ, ਜਿਹੜੀ ਅਸੀਂ ਅੱਜ ਦੀਆਂ ਪੰਕਤੀਆਂ ਨੂੰ ਨਾਲ ਲੈ ਲੈਂਦੇ ਹਾਂ, ਗੁਣ ਗੋਪਾਲ ਗਾਵੋ ਨਿਤ ਸਖੀ ਹੋ, ਸਗਲ ਮਨੋਰਥ ਪਾਏ ਰਾਮ। ਟੀਕਾਕਾਰ ਨੂੰ ਅਰਥ ਕਰਨ ਲੱਗਿਆ 2 ਰੂਪਾਂ 'ਚ ਕਰਦੇ। ਪਹਿਲਾ ਤਾਂ ਇਹ ਹੈ ਕਿ ਸਤਸੰਗੀ ਸਖੀਆਂ ਨੂੰ ਆਵਾਜ਼ ਦੇ ਕੇ ਕਹੀ ਜਾ ਰਹੀ ਹੈ ਕਿ ਆਓ ਆਹ ਕੰਮ ਕਰੀਏ। ਜੇ ਇਸ ਨੂੰ ਥੋੜ੍ਹਾ ਜਿਹਾ ਗੁਰੂ ਸਾਹਿਬ ਜਿਹੜੀ ਅਪਰੋਚ ਹੈ ਉਹਨੂੰ ਪਰਸਨਲਾਈਜ਼ ਲੈਵਲ 'ਤੇ ਲੈ ਆਈਏ, ਫਿਰ ਗੁਰੂ ਸਾਹਿਬ ਆਪਣੇ ਆਪ ਨਾਲ ਗੱਲ ਕਰ ਰਹੇ ਨੇ। ਅਤੇ ਆਪਣੇ ਆਪ ਦੇ ਵਿੱਚ ਸਖੀਆਂ ਕਿਹੜੀਆਂ ਨੇ? ਸਖੀਆਂ ਨੇ ਸਾਡੀਆਂ ਅੱਖਾਂ, ਸਾਡੀ ਨਾਸਕਾ, ਸਾਡੀ ਜੀਭ, ਸਾਡੀ ਸਰੋਤ ਸ਼ਕਤੀ, ਕੰਨ, ਸਾਡੇ ਕਰਮ ਇੰਦਰੇ। ਇਹ ਸਾਰੇ ਬੰਦੇ ਨੂੰ ਜਦੋਂ ਕੋਈ ਵੀ ਕਾਰਜ ਕਰਨਾ ਆ,
एक्चुअल लैवल ते ये सारे च कोऑर्डिनेशन बिल्ड होना चाहिए। हुण आप देखोगे जिन्होंने सरल कर लिया जाए, जो आप परसनैलिटी डिवेलपमेंट की गल करते हो बच्चों की, तो वो एक सब तो बड़ा रोल प्ले करदियां ने सॉफ्ट मोटर स्किल्स। बच्चे का ब्रेन, उहदे हत्थ, उहदे पैर, उहदा मुड़ना कुड़ना तुरना, हर चीज़ इनवॉल्व होंदी है। जो असीं स्पिरिचुअलिटी आ जाइए, ये भी हर चीज़ इनवॉल्व होंदी है। कभी तुसीं गुरमत स्कूल नूं बड़े ध्यान नाल देखो, जिहड़ा साडे घर दे विच मत्था टेकना, चौंकड़ा मार के बैठना, अरदास करनी, हर चीज़, गुटका साहब फड़ना, पोथी फड़नी, पाठ करना, संथ्या होंदी बकायदा है। संथ्या च सिर्फ असी अखरां दा प्रोनाउंसिएशन नहीं सीखते, असी ये भी सीखते हैं हाउ टू सिट। असी ये भी सीखते हैं जिहड़े पोथी साहब दे पन्ने ने, इन्हां नूं फ्लिप किवें करना है। हर चीज़, छोटी तो छोटी चीज़ जिहड़ी हैगी, ये सारियां चीज़ां इहदे च एक तरह दे इनवॉल्व होंदियां ने। फिर कई बार इसनूं असीं भी कह दिंदे कि एक रिचुअल हो जाता सारे का सारा। एक्चुअल लैवल ते इहदे भी एक मायने बड़े कमाल दे ने। जिवें बंदा जिस तरीके दे कंमां नूं करदिया होया, उहदे विच एक हायर लैवल का सुकून, एक जिन्हों कह दे माइंड अते बॉडी दे एक बियॉन्ड लैवल की कोई चीज़ उन्होंने प्राप्त हो रही है, उस विच उन्होंने खुशी मिलती, सुख मिलता, उन्होंने तसव्वुर मिलता। ये सारियां चीज़ां बाबत गुरु बाबा जी कहिंदे, जो साडा शरीर एक दूजे नाल इस तरीके नाल कोऑपरेट करता, कोऑर्ਡੀनेट करता, एक्चुअली सानू एक हायर लैवल की खुशी मिलती। इत्थे है सारियां सखियां मिल गईयां ने, ये सारे इंद्रिय इस रूप में अलायन हो गए हैं। जिथे नहीं होंदे उत्थे बाबा कबीर जी के शब्दों में पढ़ते हैं। इत्थे सखियां दे मिलन की गल की जा रही है। आपने कभी एक शब्द पढ़िया होए बाबा कबीर जी का, वो कहिंदे देही गांव जियो धर महतो बसें पंच किरसाना, नैनू नकटू सरवणु रसपत इंद्री कहा न माना, बाबा अब न बसो एह गांव, करी कड़ी का लेखा मांगे कायत चेतो नाओ। उस उन्होंने बयान किया कि हे रब जी, बंदे नूं वैसे तो शरीर बड़ा प्यारा लगता, बंदा कहते ना मैं तो बस ये एज इट इज़ ही रहे, कदी खत्म ना होए, ये एवं दुनिया चलती रहे। बाबा कबीर जी कहिंदे भी रब्बा मैनू ये ना दई, मैं इहो जिहा शरीर दोबारा नहीं चाहता, आई डोंट वांट इट एट ऑल। बाबा कबीर साडा छड्डण नूं जी नहीं करता, तुसीं इहनूं लैण लई तैयार नहीं हैगे, कारण कुछ तो होएगा। वो कहिंदे कारण ये है कि जदों मैं बड़े डीप लैवल ते इहदा मुलांकन कीता ना, देही गांव एक पिंड है जिहड़ा वसिया, तुसीं कई वारी ये शब्द पढ़दे हो, काम क्रोध नगर बो भरिया, इहनूं नगर के रूप में किया गया। किते कोट एक पंच सिकदारा, किते नूं किले के रूप में किया गया आ। इत्थे क्या गया, देही गांव जियोधर महतो, जिहड़ी मेरी जियोधर महतो, जिहड़ी मेरी जीवात्मा है, जीवात्मा इनू एग्जे तुसीं कह लो एक कॉन्शियस लैवल की गल हो रही कि जिहड़ी मेरी चेतना आ, जिहड़ी मेरी कॉन्शियस हैगी है, वो महतो बनी। महतो ये लफज तुहानूं जे समझण वास्ते मदद मिले तो वो मिलेगी, जिवें गुरु नानक साहब दा असीं वेखदे हां फैमिली। गुरु नानक साहब दे जो कि सिੱਖੀ जात पात की कोई जगह नहीं है, पर जदों पिछोकड़ में जाने आ तो जिहड़ा सनातनी धारा दे विच बाबा नानक जी की फैमिली नूं लास्ट नेम मिलता हैगा, वो हैगा बेदी। पर आपने इतिहास विचों जरूर सुनिया पढ़िया होना, जो तुसीं कहने गुरु नानक साहब जी के पिता का की नाम सीगा, जहन विच की आउंदा एकदम, मेहता कालू जी, मेहता आउंदा, या मेहता कल्याण दास जी। लास्ट नेम बेदी सीगा, मेहता ये भी लास्ट नेम है उस खिते दे विच। ये कित्थों आ गया? एक्चुअल लैवल ते जिहड़ा असल वर्ड है वो मेहता पंजाबी विच हो गया, लफज है महतो। महतो हुंदे ने वो लोग जिहड़े बहुत हाईली एजुकेटेड हुंदे ने, ते खास करके जिन्होंने पटवारखाने का माल महकमे का कामकार करना हुंदा है। उत्थे एक खास श्रेणी हुंदी सी, जिहड़े लोग इस किस्म की पढ़ाई लिखाई वही खाते का ते पटवारखाने का खसरे का काम करते हुंदे सीगे, उन्होंने लोग इस महतो कह के बुलाते सीगे। कोई किसी वड्डे जगीरदार कोल चला गया तो उसनों कहा भी मैनू जॉब चाहिए है, तो कहता भी जॉब चाहिए है, कौन है? तो कहते जी हम जी महतो होते हैं। वो कहते फिर आ जा, क्योंकि तेनों सारा हिसाब किताब पता होएगा
ਪਟਵਾਰਖਾਨੇ ਦਾ, ਸਾਰੇ ਕਾਸੇ ਦਾ। ਜੇ ਤੇ ਇਹ ਗੁਰੂ ਸਾਹਿਬ ਦਾ ਜਿਹੜਾ ਖਾਨਦਾਨ ਹੈ, ਇਹ ਪਿੱਛੋਂ ਮਹਿਤੋਂ ਖਾਨਦਾਨ ਤੁਰਿਆ ਹੁੰਦਾ ਹੈਗਾ। ਇਹਨਾਂ ਦਾ ਕਾਰਜ ਹੀ ਪਟਵਾਰਖਾਨੇ ਦੀ ਲਿਖਤ ਪੜਤ ਕਰਨਾ, ਇਹ ਸਭ ਚੀਜ਼ਾਂ ਕਰਨੀਆਂ ਨੇ। ਇੱਥੇ ਜੋ ਬਾਬਾ ਕਬੀਰ ਜੀ ਨੇ ਬਚਨ ਕਿਹਾ, ਕਹਿਣ ਲੱਗੇ ਕਿ ਜਦੋਂ ਮੇਰੀ ਇਸ ਜੀਵਾਤਮਾ ਨੇ ਇਸ ਹਿਸਾਬੀ ਕਿਤਾਬੀ ਬਿਰਤੀ ਦੇ ਵਿੱਚ ਆ ਕੇ ਹਿਸਾਬ ਕਿਤਾਬ ਕੀਤਾ, ਵੀ ਸਾਰਾ ਪਤਾ ਤੇ ਲੱਗੇ ਵੀ ਕੀ ਨੁਕਸਾਨ ਕੀ ਨਫਾ ਆ। ਦੇਹੀ ਗਾਂਵ ਜਿਉ ਧਰ ਮਹਿਤੋ ਬਸ ਹੈ ਪੰਚ ਕਿਰਸਾਨਾ, ਨੈਨੂ ਨਕਟੂ ਸਰਵਣੀ ਰਸਪਤ ਇੰਦਰੀ ਕਿਹਾ ਨਾ ਮਾਨਾ। ਇਸ ਪਿੰਡ ਦੇ ਵਿੱਚ 5 ਕਿਰਸਾਨ ਵਸਦੇ ਨੇ, ਤੇ ਉਹ 5 ਕਿਰਸਾਨ ਐਸੇ ਨੇ, ਉਹਨਾਂ ਨੇ ਮੈਨੂੰ ਤੇ ਕੋਆਪਰੇਟ ਕੀ ਕਰਨਾ, ਮੈਨੂੰ ਤੇ ਕੋਈ ਫਾਇਦਾ ਕੀ ਕਰਨਾ, ਬਲਕਿ ਮੇਰੇ ਪਿੰਡ ਦੇ ਵਸਨੀਕ ਜਿਹੜੇ ਮੇਰੇ ਆਪਣੇ ਸੀਗੇ, ਉਹਨਾਂ ਨੇ ਮੇਰੇ ਤੋਂ ਬਾਗੀ ਕਰ ਦਿੱਤਾ ਹੈ। ਉਹ ਕੌਣ ਸੀਗੇ ਜੀ? 5 ਕਿਰਸਾਨ ਤੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਜਿਨ੍ਹਾਂ ਨੂੰ ਉਹਨੇ ਬਾਗੀ ਕੀਤਾ ਹੈ ਉਹ ਹੈਗੇ ਨੇ ਨੈਨੂ ਨਕਟੂ ਸਰਵਣੂ ਰਸਪਤ। ਨੈਨੂ ਨੈਣ, ਅੱਖਾਂ, ਇਹ ਹੁਣ ਆਖੇ ਨਹੀਂ ਲੱਗਦੀਆਂ ਮੇਰੇ। ਇਹਨੂੰ ਬਹੁਤ ਸਿੰਪਲ ਕਰੀਏ ਅੱਜ ਦੀ ਦੁਨੀਆ ਦੇ ਵਿੱਚ, ਤੇ ਆਪ ਦੇਖੋਗੇ ਜਿਸ ਸ਼ਿੱਦਤ ਦੇ ਨਾਲ, ਜਿੰਨਾ ਇਗਰਲੀ, ਜਿੰਨਾ ਮਤਲਬ ਇੰਟਰਸਟ ਦੇ ਨਾਲ ਅੱਖਾਂ ਟੀਵੀ ਤੇ ਕੋਈ ਪ੍ਰੋਗਰਾਮ ਦੇਖਦੀਆਂ, ਸਿਨੇਮਾ ਦੇਖਦੀਆਂ, ਉਨੀ ਸ਼ਿੱਦਤ ਦੇ ਨਾਲ ਗੁਟਕੇ ਦੇ ਅੱਖਰ ਨਹੀਂ ਪੜ੍ਹਦੀਆਂ। ਬਿਲਕੁਲ ਤੁਸੀਂ ਦੇਖੋ ਕਦੇ ਧਿਆਨ ਦੇ ਨਾਲ, ਜਿਸ ਸ਼ਿੱਦਤ ਦੇ ਨਾਲ ਇਹਨਾਂ ਦਾ ਸੰਸਾਰਕ ਰੰਗ ਤਮਾਸ਼ੇ ਵਿੱਚ ਇਨਵੋਲਵਮੈਂਟ ਆ, ਉਸ ਸ਼ਿੱਦਤ ਦੇ ਨਾਲ ਜਿਹੜੀ ਕੁਝ ਜੀਵਨ ਨੂੰ ਸਵਾਰਨ ਵਾਲੀ ਚੀਜ਼ ਆ, ਉਹਦੇ ਵਿੱਚ ਇਨਵੋਲਵਮੈਂਟ ਨਹੀਂ ਹੁੰਦੀ ਇਹਨਾਂ ਦੀ। ਸੋ ਇਹ ਨੈਣ ਆਖੇ ਨਹੀਂ ਲੱਗਦੇ। ਨੈਨੂ ਨਕਟੂ, ਨਕਟੂ ਕਹਿੰਦੇ ਨਾਸਕਾ ਨੂੰ, ਨੱਕ ਜਿਹੜਾ ਲੱਗਾ ਸਾਨੂੰ। ਇਹਨੂੰ ਇਸ ਤਰ੍ਹਾਂ ਦੇਖੋ ਕਿ ਅੱਜ ਕੱਲ੍ਹ ਤੇ ਚਲੋ COVID-19 ਕਰਕੇ ਸਿਚੁਏਸ਼ਨ ਥੋੜ੍ਹੀ ਡਿਫਰੈਂਟ ਆ, ਪਰ ਇਹ ਦੁਬਾਰਾ ਉਸ ਨੋਰਮਲ ਹਾਲਾਤਾਂ ਵਾਲੇ ਪਾਸੇ ਲੋਕੀ ਵੱਧ ਜਾਣਗੇ। ਸਾਲ ਨਹੀਂ ਤੇ 1.5 ਸਾਲ, 1.5 ਨਹੀਂ 2 ਸਾਲ ਲੱਗਣਗੇ, ਕਿਉਂਕਿ ਆਲਰੇਡੀ ਮੈਡੀਕਲ ਇੰਟਰਵੈਂਸ਼ਨ ਹੋ ਰਹੀ ਹੈ, ਰਿਸਰਚ ਚੱਲ ਰਹੀ ਹੈ, ਵੈਕਸੀਨਸ ਲੱਗ ਰਹੀਆਂ ਨੇ। UK 'ਚ ਅੱਜ ਉਹ ਜਿਹੜਾ ਹੈਗਾ ਵੈਕਸੀਨ ਪਾਸਪੋਰਟ ਦੀ ਗੱਲ ਚੱਲ ਰਹੀ ਹੈ, ਤਾਂ ਕਿ ਮਿਊਜ਼ੀਕਲ ਕਨਸਰਟਸ ਹੋ ਸਕਣ, ਇਹੋ ਜਿਹੀਆਂ ਚੀਜ਼ਾਂ ਹੋ ਸਕਣ, ਕਿਉਂਕਿ ਇੰਡਸਟਰੀ ਹੈ ਪੂਰੀ। ਜਿਹੜੀ ਸ਼ਿਪ ਕਰੂਜ਼ ਇੰਡਸਟਰੀ ਹੈ, ਕਦੋਂ ਦੀ ਸਫ਼ਰ ਕਰ ਰਹੀ ਹੈ, ਸਾਲ ਤੋਂ ਵੱਧ ਹੋ ਚੱਲਾ, ਉਹਨਾਂ ਨੂੰ ਮਤਲਬ ਇਸ ਕਿਸਮ ਦੀਆਂ ਚੀਜ਼ਾਂ ਵਾਪਸ ਆਉਣਗੀਆਂ। ਆਪ ਦੇਖੋਗੇ ਕਿ ਜਿੱਥੇ ਲੋਕਾਂ ਦਾ ਇਕੱਠ ਹੁੰਦਾ ਹੈ, ਜਿੱਥੇ ਲੋਕਾਂ ਦੀਆਂ ਮਹਿਫਲਾਂ ਲੱਗਦੀਆਂ ਨੇ, ਇਕੱਤਰਤਾ ਹੁੰਦੀ ਹੈ, ਉੱਥੇ ਅਸੀਂ ਜਾਣਾ ਪਸੰਦ ਕਰਦੇ ਹਾਂ। ਮੈਂ ਆਪ ਯੰਗ ਬੱਚਿਆਂ ਦੇ ਵਿੱਚ ਉਹਨਾਂ ਨੂੰ ਪੜ੍ਹਾਉਂਦੇ ਸਮੇਂ, ਉਹਨਾਂ ਨਾਲ ਡਿਸਕਸ਼ਨ ਕਰਦਿਆਂ ਸਮੇਂ ਕਈ ਵਾਰੀ ਇਹ ਲਫ਼ਜ਼ ਸੁਣੇ ਨੇ, ਆਈ ਕੈਨ ਨੋਟ ਗੋ ਗੁਰਦੁਆਰਾ ਸਾਹਿਬ, ਵਾਈ, ਸਮਟਾਈਮ ਆਈ ਫੀਲ ਸਫੋਕੇਸ਼ਨ, ਇਹੋ ਜਿਹੇ ਵਰਡ ਵੀ ਸੁਣੇ ਨੇ ਮੈਂ। ਫਿਰ ਕਈ ਵਾਰ ਅਸੀਂ ਕਹਿੰਦੇ ਅੱਛਾ ਸਫੋਕੇਸ਼ਨ ਫੀਲ ਕਰਦਾ ਉੱਥੇ ਤੂੰ ਲਾਈਕ ਨਹੀਂ ਕਰਦਾ ਗੁਰਦੁਆਰੇ ਬਹਿਣਾ, ਸੰਗਤ 'ਚ ਸਾਰਾ ਕੁਝ। ਹਾਂ, ਰੀਜ਼ਨ ਇਹ ਹੋ ਸਕਦਾ ਹੈ ਕਿ ਭੀੜ ਨਹੀਂ ਲਾਈਕ ਕਰਦਾ ਹੋਣਾ, ਸੋਸ਼ਲ ਐਂਗਜ਼ਾਇਟੀ ਹੁੰਦੀ ਹੋਣੀ। ਪਰ ਫਿਰ ਪਤਾ ਲੱਗਦਾ ਨਹੀਂ, ਆਈ ਲਾਈਕ ਟੂ ਗੋ ਐਕਚੁਅਲੀ ਮੂਵੀ ਥੀਏਟਰਸ, ਆਈ ਲਾਈਕ ਟੂ ਗੋ ਔਨ ਕੌਨਸਰਟਸ। ਇਹ ਕੀ ਹੈ? ਹਰ ਜਗ੍ਹਾ ਦੀ ਇੱਕ ਆਪਣੀ ਹਮਕ ਹੁੰਦੀ ਹੈ, ਜਿਹਨੂੰ ਅਸੀਂ ਇੰਟਿਊਸ਼ਨ ਕਹਿੰਦੇ ਹਾਂ। ਉਹਦੇ ਵਿੱਚੋਂ ਜਿਹੜੀ ਸਾਡੀ ਨਾਸਕਾ ਆ, ਕਿਉਂਕਿ ਧਰਤੀ ਦੇ ਉੱਤੇ ਅਸੀਂ ਚੀਜ਼ਾਂ ਵੇਖਦੇ ਵੀ ਹਾਂ, ਅਸੀਂ ਚੀਜ਼ਾਂ ਟੱਚ ਵੀ ਕਰਦੇ ਹਾਂ, ਟੇਸਟ ਵੀ ਕਰਦੇ ਹਾਂ, ਪਰ ਇੱਕ ਬਹੁਤ ਅਨਕੌਂਸ਼ੀਅਸ ਲੈਵਲ 'ਤੇ ਸਾਡੇ ਮਾਈਂਡ ਦੇ ਵਿੱਚ ਚੀਜ਼ਾਂ ਦੇ ਜਿਹੜੀ ਸਮੈਲ ਆ ਉਹ ਵੀ ਚਲੀ ਜਾਂਦੀ ਹੈ। ਆਪ ਦੇਖੋਗੇ, ਆਪ ਨੇ ਪਲੇਨ 'ਤੇ ਟਰੈਵਲ ਕੀਤਾ ਹੋਣਾ, ਜੋ ਅਸੀਂ ਪਲੇਨ 'ਚ ਜਾ ਕੇ ਬੈਠਦੇ ਹੋ, ਇੱਕ ਖਾਸ ਤਰ੍ਹਾਂ ਦੀ ਹਮਕ ਨੱਕ ਕੇ ਜਾਂਦੀ ਹੈ। ਬੰਦੇ ਦਾ ਰਾਈਟ ਵੇ ਬ੍ਰੇਨ ਜਿਹੜਾ ਆ ਉਹ ਦੱਸ ਦਿੰਦਾ ਹੈ ਕਿ ਤੂੰ ਹੁਣ ਫਲਾਈਟ 'ਤੇ ਹੈ। ਬੰਦਾ ਕਿਸੇ ਖਾਸ ਖਿੱਤੇ ਇਲਾਕੇ ਜਾਂਦਾ ਹੈ, ਉੱਥੋਂ ਦੀ ਹਮਕ ਆਉਂਦੀ ਹੈ, ਉਹ ਹਮਕ ਇੱਕਦਮ ਦੱਸ ਦਿੰਦੀ ਹੈ ਉਸ ਰੂਪ ਦੇ ਵਿੱਚ। ਜਿਹੜੀ ਸਾਨੂੰ ਸਭ ਤੋਂ ਵੱਧ ਇਰੀਟੇਸ਼ਨ ਹੁੰਦੀ ਹੈ, ਜਿਨ੍ਹਾਂ ਜਗ੍ਹਾ ਦੇ ਨਾਲ ਸਾਡੀ ਸਾਂਝ ਕੋਈ ਬਹੁਤੀ ਚੰਗੀ ਨਾ ਹੋਏ, ਜਿਵੇਂ ਹੀ ਉਹਦੀ ਹਮਕ, ਉਹਦੀ ਮਹਿਕ ਮਾੜੀ ਜਿਹੀ ਸਾਡੇ ਨੱਕ ਦੇ ਵਿੱਚੋਂ ਜਾਣ ਲੱਗਦੀ ਹੈ, ਸਾਡੇ ਬ੍ਰੇਨ ਦੇ ਕੈਮੀਕਲ ਬਦਲਣੇ ਸ਼ੁਰੂ ਹੋ ਜਾਂਦੇ ਨੇ। ਰਾਈਟ ਵੇ। ਲੋਕਾਂ ਨੂੰ ਜਿਸ ਜਗ੍ਹਾ ਤੋਂ ਕੋਈ ਸਿੱਖਿਆਤਮਕ ਪੱਖ, ਕੋਈ ਚੰਗੇਰਾ ਪੱਖ ਮਿਲਦਾ ਹੋਏ, ਜਿਵੇਂ ਅਸੀਂ ਬੱਚਿਆਂ ਦੇ ਬਾਬਤ ਦੇਖਿਆ ਵੱਡੇ ਲੈਵਲ 'ਤੇ, ਘਰ ਇਟਸ ਏ ਕਾਈਂਡ ਆਫ ਨੈਸਟ ਫਾਰ ਕਿਡਸ, ਫਾਰ ਐਕਚੁਅਲੀ ਚਿਲਡਰਨ। ਅਤੇ ਹੁੰਦਾ ਕੀ ਹੈ, ਦੇਖਿਆ ਘਰਾਂ ਤੋਂ ਬੱਚੇ ਬਾਗੀ ਹੋ ਕੇ ਦੂਰ ਰਹਿਣਾ ਚਾਹੁੰਦੇ ਨੇ। ਬਲਕਿ ਇਹੋ ਜਿਹੇ ਬੱਚੇ ਵੀ ਦੇਖੇ ਨੇ ਘਰਾਂ ਤੋਂ ਬਾਹਰ ਨੇ, ਕੋਈ ਇਸ਼ੂ ਨਹੀਂ ਹੈਗਾ। ਅਸੀਂ ਤਾਂ OCD ਦੇ ਕੇਸਿਸ ਵੀ ਦੇਖਿਆ ਹੈਗਾ, ਜਦੋਂ ਕਲੇਮ ਕਰਦੇ ਪਏ ਇਹੋ ਜਿਹਾ ਕੋਈ ਅਬਸੈਸਿਵ ਬਿਹੇਵੀਅਰ ਆ ਰਿਹਾ, ਅਬਸੈਸਿਵ ਕੋਈ ਡਿਸਆਰਡਰ ਆ ਰਿਹਾ ਬੱਚੇ ਦੇ ਵਿੱਚ,
ਤੇ ਉਹ ਜਦੋਂ ਆਪਣੀ ਯੂਨੀਵਰਸਿਟੀ ਵਿੱਚ ਆ, ਆਪਣੇ ਉਸ ਬਾਹਰ ਕਿਤੇ ਫਰੈਂਡਸ ਦੇ ਨਾਲ ਆ, ਐਵਰੀਥਿੰਗ ਇਜ਼ ਫਾਈਨ। ਜਿਵੇਂ ਹੀ ਘਰ ਆ ਰਿਹਾ ਉਹੀ ਸੇਮ ਚੀਜ਼ਾਂ ਆ ਰਹੀਆਂ ਨੇ, ਭਾਵੇਂ ਘਰ ਜਿੰਨੀ ਮਰਜ਼ੀ ਸਪੋਰਟ ਮਿਲੇ। ਇਹਦਾ ਕਾਰਨ ਕੀ ਹੈ? ਕੋਈ ਬੈਕ ਆਫ ਦਾ ਮਾਈਂਡ ਇਹੋ ਜਿਹੀ ਕੁਝ ਮੈਮਰੀ, ਕੋਈ ਚੀਜ਼, ਕੋਈ ਇਹੋ ਜਿਹਾ ਸਕੂਲ ਆਫ ਥਾਟ ਅੰਦਰ ਚੱਲ ਰਿਹਾ ਹੈ। ਜਿਵੇਂ ਹੀ ਉਹ ਹਮਕ ਆਉਂਦੀ ਹੈ ਉਹ ਇੱਕਦਮ ਔਨ ਹੋ ਜਾਂਦਾ ਹੈ। ਇਹ ਜਿਹੜੀਆਂ ਚੀਜ਼ਾਂ ਨੇ ਸਾਡੇ ਅੰਦਰ ਆਪਣੇ ਆਪ ਇੱਕ ਅਜੀਬ ਤਰ੍ਹਾਂ ਦੀ ਹਾਲਤ ਪੈਦਾ ਕਰਦੀਆਂ ਨੇ, ਖਾਸ ਕਰਕੇ ਰੂਹਾਨੀ ਦੁਨੀਆ ਦੇ ਵਿੱਚ। ਫਿਰ ਮੈਂ ਬੇਨਤੀ ਕਰਾਂਗਾ, ਆਪ ਗੁਰਦੁਆਰੇ ਦੀ ਹਦੂਦ ਵਿੱਚ ਬੈਠੇ ਹੋ, ਮੈਂ ਗੁਰਦੁਆਰੇ ਦੀ ਸਟੇਜ 'ਤੇ ਬੈਠ ਕੇ ਗੁਰਬਾਣੀ ਦੀ ਗੱਲ ਕਰ ਰਿਹਾ ਵਾਂ। ਸਾਡੇ ਸਾਰਿਆਂ ਦਾ ਜਿਹੜਾ ਸਭ ਤੋਂ ਵੱਡਾ ਟਰੀਟਮੈਂਟ ਹੈ ਉਹ ਹੈਗਾ ਅਧਿਆਤਮਿਕਤਾ, ਸਪਿਰਿਚੁਅਲਿਟੀ। ਤੁਸੀਂ ਸ਼ਬਦ ਪੜ੍ਹਦੇ ਹੋ ਬਾਣੀ ਵਿੱਚ, ਆ ਤੇ ਸਾਡੇ ਕੰਠੀ ਹੁੰਦਾ ਕਈ ਵਾਰ, ਦੁੱਖ ਰੋਗ ਸੰਤਾਪ ਉਤਰੇ ਕਦੋਂ ਜੀ? ਸੁਣੀ ਸੱਚੀ ਬਾਣੀ। ਗੁਰੂ ਅਮਰਦਾਸ ਸਾਹਿਬ ਇਹ ਤੇ ਹੈ ਨਹੀਂ ਕੋਈ ਝੂਠ ਲਿਖ ਰਹੇ ਨੇ, ਯੂ ਨੋ ਦਿਸ ਇਜ਼ ਐਜ਼ ਇਟ ਇਜ਼ ਪ੍ਰੀਜ਼ਰਵਡ। ਜਿਵੇਂ ਬਾਬਾ ਜੀ ਨੇ ਉਚਰਿਤ ਕੀਤੀ ਬਾਣੀ, ਸਾਨੂੰ ਸੰਭਾਲ ਕੇ ਦਿੱਤੀ। ਕੋਈ ਉਹਨਾਂ ਦਾ ਮੋਟਿਵ ਇਹ ਨਹੀਂ ਹੈਗਾ ਕਿ ਸਾਨੂੰ ਕਿਸੇ ਸੁਪਰਸਟੀਸ਼ੀਅਸ ਬਲੀਫ ਵਿੱਚ, ਸਿਸਟਮ ਵਿੱਚ ਪਾਉਣਾ ਆ। ਉਹਨਾਂ ਨੇ ਕੋਈ ਆਪਣੇ, ਉਹਨਾਂ ਦੇ ਕੋਈ ਸੈਲਫ ਇੰਟਰਸਟ ਉਹਨਾਂ ਫੁਲਫਿਲ ਕਰਨੇ ਸੀ। ਉਹਨਾਂ ਦਾ ਤਾਂ ਪੂਰਾ ਮੋਟਿਵ ਹੀ ਮਾਨਵ ਕਲਿਆਣ ਸੀ। ਪੂਰੀ ਜ਼ਿੰਦਗੀ ਲਾਤੀ ਉਹਨਾਂ ਨੇ ਇਸੇ ਸਕੂਲ ਤੇ ਪਹਿਰਾ ਦਿੰਦਿਆਂ ਹੋਇਆਂ, ਆਪਣੀਆਂ ਜਾਨਾਂ ਨੇ ਉਛਾਵਰ ਕਰ ਦਿੱਤੀਆਂ। ਬਾਅਦ ਵਿੱਚ ਆ ਕੇ 10ਵੇਂ ਜੰਮ 'ਚ ਬੱਚੇ ਤੱਕ ਵਾਰ ਦਿੱਤੇ। ਮਤਲਬ ਇਹ ਤਾਂ ਗੱਲ ਪੱਕੀ ਹੈ ਨਾ ਕਿ ਜਿਹੜਾ ਉਹਨਾਂ ਨੇ ਸਕੂਲ ਬਿਲਡ ਕੀਤਾ ਉਹ ਝੂਠ ਤੇ ਹੈ ਨਹੀਂਗਾ, ਉਹ ਬਿਲਕੁਲ ਸੱਚ ਹੈ। ਤੇ ਜੋ ਕਿਹਾ ਗਿਆ ਆ ਉਹਦੀ ਐਕਚੁਅਲ ਲੈਵਲ ਤੇ ਉਸੇ ਤਰੀਕੇ ਦੀ ਉਹਦੇ ਵਿੱਚ ਰਿਜ਼ਲਟ ਸਿੱਟੇ ਵੀ ਹੈਗੇ ਨੇ। ਫਿਰ ਕਈ ਵਾਰ ਅਸੀਂ ਕਿਉਂ ਨਹੀਂ ਅਸੀਂ ਉਸ ਲੈਵਲ ਤੇ ਉਸ ਚੀਜ਼ ਨੂੰ ਅਡਾਪਟ ਕਰ ਪਾਉਂਦੇ? ਕਿਉਂਕਿ ਸਾਨੂੰ ਉਸ ਤਰੀਕੇ ਨਾਲ ਸਾਡੀ ਜਿਹੜੀ ਰੈਸ਼ਨਲ ਥਿੰਕਿੰਗ ਆ, ਜਿਹੜੀ ਕ੍ਰਿਟੀਕਲ ਥਿੰਕਿੰਗ ਆ, ਉਹਦੇ ਨਾਲ ਚੀਜ਼ਾਂ ਅਸੀਂ ਕਈ ਵਾਰੀ ਮੈਚ ਨਹੀਂ ਕੀਤੀਆਂ। ਜਦੋਂ ਨਹੀਂ ਕੀਤੀਆਂ ਸਾਨੂੰ ਫਿਰ ਚੀਜ਼ ਕਈ ਵਾਰੀ ਓਪਰੀ ਲੱਗਦੀ ਹੈ। ਤੇ ਇਹਦੇ ਕਰਕੇ ਸਾਨੂੰ ਗੁਰਬਾਣੀ ਦੀ, ਪੋਥੀ ਦੀ, ਗੁਰਦੁਆਰੇ ਦੀ ਇਹ ਸਾਰੀ ਹਮਕ ਜਿਹੜੀ ਹੈ ਉਹ ਸਾਡੇ ਅੰਦਰ ਉਸ ਲੈਵਲ ਦਾ ਕੈਮੀਕਲੀ ਬਿਲਡ ਨਹੀਂ ਕਰਦੀ। ਇਸ ਕਰਕੇ ਬਾਬਾ ਕਬੀਰ ਜਿਹੜੀ ਬਾਤ ਕਰਦੇ ਨਾ ਵੀ ਨੈਨੂ ਨਕਟੂ, ਵੀ ਇਹ ਵੀ ਮੇਰੇ ਆਖੇ ਨਹੀਂ ਲੱਗਦਾ। ਇਹਨੂੰ ਇੱਕ ਥਾਂ ਦੀ ਹਮਕ ਬੜੀ ਚੰਗੀ ਲੱਗਦੀ, ਕਿਸੇ ਕਨਸਰਟ 'ਚ ਜਾਣਾ ਆ, ਕਿਸੇ ਮੇਲੇ 'ਚ ਜਾਣਾ ਆ, ਕਿਸੇ ਹੋਰ ਦੁਨੀਆ ਦੇ ਰੰਗ ਤਮਾਸ਼, ਬਹੁਤ ਇਹਨੂੰ ਕੋਤਕ ਕੋੜ ਤਮਾਸ਼ਿਆਂ, ਉਹਦੇ 'ਚ ਗਵਾਚੇ ਹੋਏ ਨੂੰ ਚਿਤਨਾ ਆਵਸ ਨਾਓ, ਇਹਨੂੰ ਇਸ ਪਾਸੇ ਧਿਆਨ ਵੀ ਨਹੀਂ ਜਾਂਦਾ। ਪਰ ਹਕੀਕਤ ਇਹ ਹੈ ਇਹਦੇ ਨਾਲ ਸਵਰਦਾ ਕੁਛ ਨਹੀਂ। ਬਾਬਾ ਕਬੀਰ ਜੀ ਕਹਿੰਦੇ ਨੈਨੂ ਨਕਟੂ, ਸਰਵਣੂ ਸਰੋਤ ਸ਼ਕਤੀ। ਜਿਹੜੇ ਕੰਨ ਨੇ ਇਹ ਕਈ ਵਾਰ ਮਹਿਸੂਸ ਹੁੰਦਾ ਹੈ ਮੈਨੂੰ ਕੋਆਪਰੇਟ ਹੀ ਨਹੀਂ ਕਰਦੇ। ਆਪ ਅਹਿਸਾਸ ਕਰੋ, ਬੰਦੇ ਦੇ ਕੰਨ ਦੇ ਵਿੱਚ ਗੱਲਾਂ ਪੈਂਦੀਆਂ, ਜਿਹੜੀਆਂ ਗੱਲਾਂ ਕੰਮ ਆਉਣ ਵਾਲੀਆਂ ਚੰਗੀਆਂ, ਖਾਸ ਕਰਕੇ ਗੁਰੂ ਸਾਹਿਬ ਦੇ ਉਪਦੇਸ਼ ਵਰਗੀਆਂ ਚੀਜ਼ਾਂ, ਉਹ ਬੰਦੇ ਦੇ ਕੰਨ ਸੁਣ ਕੇ ਵੀ ਅਣਸੁਣੇ ਕਰ ਦਿੰਦੇ। ਬਾਬਾ ਕਬੀਰ ਕਹਿੰਦੇ ਇਹ ਬੜਾ ਨੁਕਸਾਨ ਹੋ ਰਿਹਾ। ਇੰਦਰੇ ਮੇਰੇ ਨੇ, ਮੇਰੇ ਨਾਲ ਲੱਗੇ ਨੇ, ਮੇਰੇ ਆਖੇ ਨਹੀਂ ਲੱਗਦੇ। ਨੈਨੂ ਨਕਟੂ ਸਰਵਣੂ ਰਸਪਤ, ਇੰਦਰੀ ਕਹਿਆ ਨਾ ਮਾਨਾ, ਬਾਬਾ ਆਬ ਨਾ ਬਸੋਏਗਾ। ਮੇਰਾ ਤਰਲਾ ਇਹੀ ਹੈ ਰੱਬਾ, ਇਹੋ ਜਿਹਾ ਪਿੰਡ ਕਾਹਦੇ ਲਈ ਵਸਾਣਾ ਆ ਜਿਹਦੇ 'ਚ ਆਹ ਬਾਗੀਪੁਣਾ ਚੱਲ ਰਿਹਾ ਹੈਗਾ। ਹੁਣ ਆ ਜਾਓ ਦੂਸਰੇ ਪਾਸੇ, ਜਿਹੜਾ ਸ਼ਬਦ ਆ ਰਿਹਾ ਇੱਥੇ, ਫਿਰ ਧਿਆਨ ਨਾਲ ਦੇਖਣਾ। ਗੁਣ ਗੋਪਾਲ ਗਾਵੋ ਨਿਤ ਸਖੀਓ, ਇਹਨਾਂ ਸਖੀਆਂ ਨੂੰ ਆਵਾਜ਼ ਦਿੱਤੀ ਜਾ ਰਹੀ ਹੈ। ਆਪਾਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਮੈਂ ਜੇ ਹੁਣੇ ਪੰਕਤੀ ਕਹਿ ਰਿਹਾ ਸੀਗਾ, ਤੁਸੀਂ ਲਾਸਟ ਵਾਲੀਆਂ ਕੋਈ 10 ਪੌੜੀਆਂ ਤੇ ਆ ਜਾਓ ਜਿਹੜੀਆਂ ਆਨੰਦ ਸਾਹਿਬ ਦੀਆਂ ਨੇ, ਜਿਹਦੇ 'ਚ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਇੰਦਰੀਆਂ ਨੂੰ ਐਡਰੈਸ ਕੀਤਾ ਜਾ ਰਿਹਾ ਹੈ। ਇਹ ਸਰਵਣੋ ਮੇਰੇ ਹੋ, ਸੱਚ ਹੈ ਸੁਣਦਾ ਨੋ ਪਠਾਏ, ਸੱਚ ਹੈ ਸੁਣਦਾ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਤਰੀ, ਹਰ ਬਿਨਾ ਵਰਨਾ ਦੇਖੋ ਕੋਈ। ਸਿੱਧੇ ਤੌਰ ਤੇ ਐਡਰੈਸ ਕੀਤਾ ਜਾ ਰਿਹਾ ਹੈ। ਕਿਤੇ ਫਿਰ ਸਿੱਧੇ ਸਰੀਰ ਸਾਰੇ ਨੂੰ ਵੀ ਕਿਹਾ ਜਾ ਰਿਹਾ ਹੈ, ਇਹ ਸ਼ਰੀਰਾ ਮੇਰੇ ਆ, ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ। ਹੁਣ ਇਹ ਗੁਰੂ ਬਾਬਾ ਜੀ ਦੱਸਦੇ ਕਿ ਇਹ ਸਾਰੇ ਇਹਦੇ 'ਚ ਕੋਆਰਡੀਨੇਸ਼ਨ ਬਿਲਡ ਕਰ, ਅਹਿਸਾਸ ਕਰ। ਮਤਲਬ ਸਾਨੂੰ ਸਾਡੇ ਵਿੱਦਿਆ ਦਾਤਾ ਪੜ੍ਹਾਉਂਦੇ ਸਾਨੂੰ ਗੁਰਮਤਿ ਇੰਸਟੀਟਿਊਸ਼ਨ ਦੇ ਵਿੱਚ, ਅਤੇ ਅਸੀਂ ਉਹਨਾਂ ਨੂੰ ਪੁੱਛਣਾ, ਯੰਗ ਸੀਗੇ, ਚੰਚਲ ਮੱਤ ਵੀ ਬਹੁਤ ਹੁੰਦੀ ਸੀਗੀ, ਅਸੀਂ ਉਹਨਾਂ ਨੂੰ ਪੁੱਛਣਾ ਕਿ ਉਹ ਹਮੇਸ਼ਾ ਕਹਿੰਦੇ ਹੁੰਦੇ ਸਨ ਇਹ ਕਰਤਾਰ ਦਾ ਪ੍ਰਤਾਪ ਹੈ। ਇਹ ਲਫ਼ਜ਼ ਉਹਨਾਂ ਦਾ ਪੈਟ ਵਰਡ, ਕਰਤਾਰ ਦਾ ਪ੍ਰਤਾਪ। ਅਤੇ ਅਸੀਂ ਉਹਨਾਂ ਨੂੰ ਕਿਹਾ ਕਿ ਸਰ, ਜੋ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਕਰਤਾਰ ਦਾ ਪ੍ਰਤਾਪ, what do you mean by ਪ੍ਰਤਾਪ? Can you elaborate little bit it? ਉਹ ਕਹਿੰਦੇ ਹਾਂ ਬੱਚੇ,
ਇਹਦਾ ਪ੍ਰਤਾਪ ਇਹ ਹੁੰਦਾ ਹੈ ਕਿ ਦਿਨ ਚੜ੍ਹਨ ਵਾਲਾ ਹੋਏ, ਲੋਕ ਸੁੱਤੇ ਹੋਣ ਤੇ ਤੁਹਾਡੀ ਅੱਖ ਖੁੱਲ੍ਹ ਜਾਏ। ਇਹ ਪ੍ਰਤਾਪ ਹੈ ਉਹਦਾ। ਤੁਹਾਡੇ ਸਰੀਰ ਵਿੱਚੋਂ ਇੱਕ ਆਵਾਜ਼ ਆਏ, ਬਿਸਤਰੇ ਤੇ ਸੌਣਾ ਨੀਗਾ, ਉੱਠ। ਜਿਹਨੂੰ ਸੂਫੀ ਕਹਿੰਦਾ ਨਾ, ਉੱਠ ਜਾਗ ਕੁਰਾੜੇ ਮਾਰ ਨਹੀਂ, ਇਹ ਸੌਣਾ ਤੇਰੇ ਦੁਰਕਾਰ ਨਹੀਂ। ਇਹ ਕੀ ਕਰ ਰਿਹਾ ਤੂੰ? ਉੱਠ ਤਾਂ। ਸੋ ਕਹਿੰਦੇ ਇਸ ਕਿਸਮ ਦੀ ਆਵਾਜ਼ ਅਨਕੌਂਸ਼ੀਅਸ ਮਾਈਂਡ 'ਚੋਂ ਆ ਰਹੀ ਹੈ। ਫਿਰ ਆਪਣਾ ਜੋ ਹੈ ਇਸ਼ਨਾਨ ਪਾਨ ਕਰਨਾ। ਨਾਲ ਹੀ ਪ੍ਰਤਾਪ ਇਹ ਹੈ, ਹੱਥ ਕਹਿਣ ਪੋਥੀ ਫੜਨੀ ਹੈ, ਗੁਟਕਾ ਫੜਨਾ ਆ। ਅੱਖਾਂ ਕਹਿਣ ਅੱਖਰ ਪੜ੍ਹਨੇ ਨੇ, ਕੰਨ ਕਹਿਣ ਅਸੀਂ ਸੁਣਨੇ ਨੇ, ਮਨ ਕਹੇ ਮੈਂ ਇਹਦੇ ਵਿੱਚ ਇਨਵੋਲਵ ਹੋਣਾ ਆ। ਕਹਿੰਦੇ ਪ੍ਰਤਾਪ ਹੈ, ਕਰਤਾਰ ਦਾ ਪ੍ਰਤਾਪ। ਐਕਚੁਅਲੀ ਆਹ ਜਿਹੜੀ ਚੀਜ਼ ਹੈ, ਇੱਕ ਇਸ ਕਿਸਮ ਦਾ ਕੋਆਰਡੀਨੇਸ਼ਨ ਬੰਦੇ ਦੇ ਅੰਦਰ ਬਿਲਟ ਹੋ ਜਾਏ, ਸਮਝੋ ਸਖੀਆਂ ਮੰਗਲ ਗਾਨ ਲੱਗੀਆਂ ਨੇ। ਹੁਣ ਉਸ ਲੈਵਲ ਦੀ ਬਾਤ ਆ। ਹੋਰ ਆ ਜਾਓ ਆਪ। ਟੋਡੀ ਰਾਗ ਦਾ ਸ਼ਬਦ ਆਪਨੇ ਕਦੀ ਹੁਕਮਨਾਮੇ ਸੁਣਿਆ ਹੋਇਆ। ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹਸਮਨ ਉਪਜਿਓ, ਸਗਲੇ ਦੁਖ ਪਲਾਇਣ। ਪਲਾਇਣ ਹੁੰਦਾ ਮਾਈਗ੍ਰੇਟ ਕਰ ਜਾਣਾ, ਮਤਲਬ ਇੱਕ ਜਗ੍ਹਾ ਤੋਂ ਦੂਰ ਚਲੇ ਜਾਣਾ। ਇਸ ਤਰ੍ਹਾਂ ਹੁੰਦਾ ਕਿ ਦੇਖੋ, ਦੁੱਖ ਕੁਝ ਤੇ ਹੁੰਦੇ ਨੇ ਜਿਹੜੇ ਕਾਰਮਿਕ ਹੁੰਦੇ ਨੇ, ਕੁਝ ਸਿਚੁਏਸ਼ਨਲਸ ਹੁੰਦੇ ਨੇ। ਮਤਲਬ ਦੁੱਖਾਂ ਦਾ ਆਪੋ ਆਪਣਾ, ਹਰ ਚੀਜ਼ ਦੀ ਜਿਵੇਂ ਡੈਫੀਨੇਸ਼ਨ ਇਸ ਤਰ੍ਹਾਂ ਕੀਤੀ ਜਾਂਦੀ ਹੈ। ਜਿਹੜੇ ਸਿਚੁਏਸ਼ਨਲ ਦੁੱਖ ਨੇ, ਜਿਹੜੇ ਹਾਲਾਤਾਂ ਵਿੱਚੋਂ ਆਉਂਦੇ ਨੇ, ਇਹ ਭਾਈ ਤੁਸੀਂ ਅਵੋਇਡ ਨਹੀਂ ਕਰ ਸਕਦੇ, ਇਹ ਤੇ ਆਉਣਗੇ। ਹੁਣ ਸਪੋਜ਼ ਕਰੋ ਕੋਵਿਡ-19 ਆ ਰਿਹਾ, ਸਾਰੀ ਦੁਨੀਆ ਉਹਦੇ 'ਚ ਸਟਕ ਹੈ, ਤੁਸੀਂ ਵੀ ਸਟਕ ਹੋ। ਗਲੋਬਲ ਵਾਰਮਿੰਗ ਆ ਰਹੀ ਹੈ, ਸਾਰੀ ਦੁਨੀਆ ਸਟਕ ਹੈ, ਤੁਸੀਂ ਵੀ ਸਟਕ ਹੋ। ਇੱਕ ਬੰਦਾ ਬਿਨਾਂ ਸ਼ੱਕ 1% ਵੀ CO2 ਜਿਹੜਾ ਹੈਗਾ ਉਹ ਪ੍ਰੋਡਿਊਸ ਨਹੀਂ ਕਰ ਰਿਹਾ, ਕੋਈ ਕਿਸੇ ਕਿਸਮ ਦੇ ਨਾਲ ਜਿਹੜਾ ਹੈਗਾ ਉਹ ਕੋਈ ਕਾਰਬਨ ਜਿਹੜਾ ਹੈਗਾ ਫੁੱਟਪ੍ਰਿੰਟ ਨਹੀਂ ਛੱਡ ਰਿਹਾ, ਕੁਛ ਨਹੀਂ ਕਰ ਰਿਹਾ ਇਸ ਕਿਸਮ ਦਾ। ਬਟ ਜਦੋਂ ਸਾਰਿਆਂ ਤੇ ਇੰਪੈਕਟ ਹੋਣਾ, ਉਹਦੇ ਤੇ ਵੀ ਹੋਣਾ। ਜੇ ਇਹ ਸਾਰੇ ਦੇ ਵਿੱਚੋਂ ਕੋਈ ਵੀ ਚੀਜ਼ ਵਾਪਰਦੀ ਹੈ ਭਾਈ, ਇਹ ਇਨਵਾਇਰਮੈਂਟਲ ਇਸ਼ੂਜ਼ ਨੇ, ਇਹ ਤੁਹਾਡੇ ਉਹਦੇ 'ਚੋਂ ਜਿਹੜਾ ਹੈ ਸਿਚੁਏਸ਼ਨਲ ਚੀਜ਼ਾਂ 'ਚੋਂ ਆਉਣਗੀਆਂ ਤੁਹਾਡੇ ਵਾਲੇ ਪਾਸੇ। ਪਰ ਇਹ ਹੈ ਹੁਣ ਉਹਦਾ ਪ੍ਰਭਾਵ ਤੁਹਾਡੀ ਦੁਨੀਆ 'ਤੇ ਕਿੰਨਾ ਕੁ ਪਏਗਾ, ਇੱਥੇ ਦੇਖਣ ਵਾਲੀਆਂ ਚੀਜ਼ਾਂ ਨੇ। ਆਪਨੇ ਦੇਖੇ ਹੋਣਗੇ ਸੱਜਣ ਮਿੱਤਰ ਆਪਣੇ ਘਰਾਂ ਥਾਵਾਂ 'ਤੇ ਆਲੇ ਦੁਆਲੇ। ਹੁਣ ਮੈਂ ਹੀ ਇੱਥੇ ਬੈਠਾ ਕਰਨ ਨੂੰ, ਗੱਲਾਂ ਤਾਂ ਬੜੀਆਂ ਵੱਡੀਆਂ ਵੱਡੀਆਂ ਵੀ ਕੀਤੀਆਂ ਜਾ ਸਕਦੀਆਂ ਨੇ, ਕਿਤੇ 2-4 ਛਿੱਕਾਂ ਹੀ ਆ ਜਾਣ ਹੇਠ ਉੱਤੇ, ਕਿਤੇ ਐਲਰਜੀ ਕਰਕੇ, ਕਿਸੇ ਚੀਜ਼ ਕਰਕੇ। ਬੰਦੇ ਦਾ ਤੇ ਸਾਰੇ ਕੈਮੀਕਲ ਹੀ ਖਰਾਬ ਹੋ ਗਏ। ਉਹ ਕਹਿੰਦਾ ਕੋਈ ਜ਼ਿੰਦਗੀ ਹੈ ਦੱਸੋ, ਇਹ ਤਾਂ ਕੋਈ ਹਾਲ ਨਹੀਂ ਗਾ ਇਸ ਰੂਪ ਦੇ ਵਿੱਚ। ਮਤਲਬ ਹੁਣ ਜਿਹੜਾ ਦੁੱਖ ਹੈ ਉਹ ਮਾੜਾ ਜਿਹਾ ਆਇਆ ਕਾਹਦਾ? ਬੰਦੇ ਨੇ ਕਿਹਾ ਤੂੰ ਡੇਰਾ ਡਾ ਕੇ ਬਹਿ ਜਾ ਇੱਥੇ, ਮੈਂ ਤੇਰੀ ਗੱਲ ਸੁਣਾਂਗਾ, ਮੈਂ ਤੇਰੇ ਨਾਲ ਗੱਲ ਕਰਾਂਗਾ। ਤੁਸੀਂ ਦੁੱਖ ਨਾਲ ਕਮਿਊਨੀਕੇਟ ਕਰਨਾ ਸ਼ੁਰੂ ਕਰਤਾ। ਤੁਸੀਂ ਦੁੱਖ ਨੂੰ ਕਿਹਾ ਜੀ ਆਇਆਂ ਨੂੰ ਜੀ, ਤੁਸੀਂ ਤਾਂ ਮੈਂ ਤੇਰੀ ਬੋਲੀ ਬੋਲਾਂਗਾ। ਹੁਣ ਕੀ ਹੈ, ਤੁਸੀਂ ਜਿੰਨਾ ਉਹਨੂੰ ਐਕਸੈਪਟ ਕਰੋਗੇ, ਅਡਾਪਟ ਕਰੋਗੇ, ਉਹ ਕਹੇਗਾ ਬਿਲਕੁਲ ਠੀਕ ਹੈ, ਆਪਾਂ ਰਹਾਂਗੇ ਤੇਰੇ ਘਰ। ਤੂੰ ਤੇ ਆਪਣੀ ਕੇਅਰ ਹੀ ਬੜੀ ਕਰਦਾ। ਜਿਹੜੀ ਇਹੋ ਜਿਹੀ ਹਾਲਤ ਆ, ਇੱਕ ਕੋਲ ਦੁੱਖ ਆਇਆ, ਕੁਝ ਹਾਲਾਤ ਇਸ ਕਿਸਮ ਦੇ ਬਣੇ, ਸਭ ਚੀਜ਼ਾਂ ਹੋਈਆਂ, ਉਹਨੇ ਧਿਆਨ ਹੀ ਨਹੀਂ ਕੀਤਾ। ਥੋੜੇ ਦਿਨਾਂ ਬਾਅਦ ਦੁੱਖ ਪਲਾਇਨ ਕਰ ਗਿਆ। ਉਹਨੇ ਕਿਹਾ ਛੱਡੋ ਪਰਾਂ, ਕਿਸੇ ਹੋਰ ਨੂੰ ਜਾ ਕੇ ਚੰਬੜਦੇ ਆ। ਇਹ ਕੋਈ ਕਮਾਲ ਹੈ। ਤੇ ਇਹ ਐਕਚੁਅਲ ਲੈਵਲ 'ਤੇ ਜਿਵੇਂ ਭੂਤਾਂ ਦੀਆਂ ਗੱਲਾਂ ਕਰਦੇ ਹਾਂ ਅਸੀਂ, ਜਿਨ੍ਹਾਂ ਦੀਆਂ, ਸਭ ਇਹ ਮੈਟਾਫੋਰਿਕ ਚੀਜ਼ ਆ। ਰਿਐਲਿਟੀ ਦੇ ਵਿੱਚ ਇਸ ਤਰੀਕੇ ਦੀ ਚੀਜ਼ ਨਹੀਂ, ਜਿਹਨੂੰ ਅੱਜ ਕੱਲ੍ਹ ਲੋਕ ਐਨਰਜੀ ਕਹਿਣ ਲੱਗ ਗਏ ਨੇ। ਇਟਸ ਬੈਡ ਐਨਰਜੀ, ਇਟਸ ਗੁੱਡ ਐਨਰਜੀ। ਸਮ ਪੀਪਲ ਕੈਰੀ ਗੁੱਡ ਐਨਰਜੀ, ਸਮ ਪੀਪਲ ਕੈਰੀ ਬੈਡ ਐਨਰਜੀ। ਇਹ ਕੀ ਹੈ? ਮੇਰੇ ਜਾਣਨ ਵਾਲੇ ਸੱਜਣ ਹੀ ਰੀਸੈਂਟਲੀ ਥੋੜ੍ਹੇ ਦਿਨ ਪਹਿਲਾਂ ਫੌਤ ਹੋਏ। ਅੱਸੀਆਂ ਦੇ ਨੇੜੇ ਆਰਜਾ ਭੁਗਤ ਕੇ ਗਏ। ਬੜੀ ਇੱਕ ਲੰਬੀ ਜੱਦੋ-ਜਹਿਦ ਹੋਈ, ਬੜੀ ਕਰੋਨਿਕ ਡਿਜ਼ੀਜ਼ ਦੇ ਨਾਲ। ਪਰ ਉਹ ਸਾਰੇ ਦੇ ਵਿੱਚ ਜਦੋਂ ਗੱਲ ਕਰਨੀ, ਕੀ ਹਾਲ? ਚੜ੍ਹਦੀ ਕਲਾ, ਕੋਈ ਗੱਲ ਨਹੀਂ, ਇਸ ਤਰੀਕੇ ਨਾਲ, ਠੀਕ ਹੈ ਜੀ। ਖੈਰ ਮੇਰੀ ਉਹਨਾਂ ਦੇ ਇੱਕ ਫੈਮਿਲੀ ਮੈਂਬਰ ਨਾਲ ਗੱਲ ਹੋਈ, ਕਿਉਂਕਿ ਅੱਜ ਕੱਲ੍ਹ ਕੋਵਿਡ ਕਰਕੇ ਅਸੀਂ ਜਾ ਨਹੀਂ ਸਕਦੇ ਬਹੁਤੇ। ਜਦੋਂ ਗੱਲਬਾਤ ਹੋਈ ਤਾਂ ਮੈਂ ਪੁੱਛਿਆ, ਮੈਂ ਕਿਹਾ ਕਿੱਦਾਂ? ਕਹਿਣ ਲੱਗੇ ਜੀ ਸਭ ਉਹ ਚਲੇ ਗਏ, ਸਾਰੀ ਗੱਲਬਾਤ ਹੋਈ। ਕੁਝ ਗੱਲਬਾਤ ਕਰਨੀ ਸੀ ਥੋੜ੍ਹੇ ਸਮੇਂ ਲਈ। ਕੀ ਗੱਲ ਕੀਤੀ ਜਾਏ? ਅਗਲੇ ਦੇ ਮਨ ਦੇ ਕੁਝ ਵਲਵਲੇ ਮੇਰੇ ਤੱਕ ਪਹੁੰਚਣ, ਮੈਂ ਉਹਨਾਂ ਨੂੰ ਸੁਣ ਸਕਾਂ,
ਇਹੀ ਹੁੰਦਾ ਨਾ ਪਰਿਵਾਰਕ ਸਾਂਝ ਦੇ ਵਿੱਚ। ਤੇ ਉਹ ਕਹਿੰਦੇ ਵੀ ਗੱਲ ਇਹ ਹੈ ਕਮਾਲ ਦੀ ਕਿ 6 ਮਹੀਨੇ ਮੈਂ ਇੱਥੇ ਸੇਵਾ ਕੀਤੀ, ਬਿਲਕੁਲ ਲਾਸਟ ਮੂਮੈਂਟ ਤੇ ਹਸਪੀਟਲ ਲੈ ਕੇ ਗਈ। ਜਦੋਂ ਉੱਥੇ ਗਈ ਤਾਂ ਉੱਥੇ ਜਾ ਕੇ ਅਸੀਂ ਗਏ ਤੇ ਨਰਸ ਨੇ ਆ ਕੇ ਉਹਨਾਂ ਦਾ ਹਾਲ ਚਾਲ ਪੁੱਛਿਆ ਤੇ ਆਪਣੇ ਸੁਭਾਅ ਦੇ ਮੁਤਾਬਕ ਉਹਨਾਂ ਉਹਨੂੰ 2 ਜੋਕ ਸੁਣਾਏ। ਫਿਰ ਇੱਕ ਬੜੇ ਫਿਲਾਸਫੀਕਲ ਗੱਲ ਦੱਸੀ। ਉਹ ਕਹਿੰਦੀ ਵੀ ਇਹ ਬੰਦਾ ਵਟ ਆ ਐਨਰਜੀ। ਉਹ ਕਹਿੰਦੀ ਉਹ ਮੈਨੂੰ ਕਹੇ ਵੀ ਇਹ ਐਨਰਜੀ ਕੈਸੀ ਹੈ, ਕਮਾ ਐਸੀ ਐਨਰਜੀ ਕਦੇ ਦੇਖੀ ਨਹੀਂ ਮੈਂ ਤੇ। ਜਦੋਂ ਤੱਕ ਲਾਸਟ ਬ੍ਰੈਥ ਵੀ ਲਿਆ ਉਹ ਕਹਿੰਦੀ ਬਿਲਕੁਲ ਉਸੇ ਤਰੀਕੇ ਦੇ ਨਾਲ। ਉਹ ਕਹਿਣ ਬੜਾ ਗੋਰਜੀਅਸ ਸਮਾਈਲ ਹੀ ਹੈ, ਬੜਾ ਇਨਕ੍ਰੈਡੀਬਲ ਪਰਸਨੈਲਿਟੀਜ਼, ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਰਹੀਆਂ। ਇਹ ਕੀ ਹੈ? ਐਕਚੁਅਲ ਲੈਵਲ ਤੇ ਅਸੀਂ ਜਿਹੜਾ ਕਹਿੰਦੇ ਹਾਂ ਨਾ ਕਿ ਜਿਹੜਾ ਦੁੱਖ ਆ, ਰੋਗ ਆ, ਕੋਈ ਅਲਾਮਤ ਆ, ਤੁਸੀਂ ਇਹਦੇ ਨਾਲ ਇੰਟਰੈਕਟ ਕਿਵੇਂ ਹੁੰਦੇ ਹੋ? ਸਾਹਿਬ ਮਹਾਰਾਜ ਦਾ ਬਚਨ ਸ਼ਬਦ ਮੈਂ ਟੋਡੀ ਰਾਗ ਦਾ ਬਚਨ ਕਹਿ ਰਿਹਾ ਸੀਗਾ, ਰਸਨਾ ਗੁਣ ਗੋਪਾਲ ਨਿਧ ਗਾਇਨ। ਮੈਂ ਰਸਨਾ ਨਾਲ ਬੋਲ ਕੇ ਕਿਸੇ ਨੂੰ ਕੁਝ ਦੱਸਣਾ, ਜ਼ਬਾਨ ਦੀ ਗੱਲ ਹੋ ਰਹੀ ਹੈ, ਪਰ ਕਦੀ ਬੋਲ ਕੇ ਆਪਣੇ ਆਪ ਨੂੰ ਦੱਸਿਆ ਕੁਛ? ਜੇ ਆਨੰਦ ਸਾਹਿਬ ਵਰਗੀ ਰਚਨਾ ਪੜ੍ਹ ਕੇ ਆਪਣੇ ਆਪ ਨੂੰ ਦੱਸਦਾ ਆ, ਗੌੜੀ ਸੁਖਮਨੀ ਪੜ੍ਹ ਕੇ ਆਪਣੇ ਆਪ ਨੂੰ ਦੱਸਦਾ ਆ, ਜਪਜੀ ਪੜ੍ਹ ਕੇ ਆਪਣੇ ਆਪ ਨੂੰ ਦੱਸਦਾ ਆ, ਇਹ ਖੁਦ ਨੂੰ ਦੱਸਣਾ, ਆਪਣੇ ਮਨ ਨੂੰ ਦੱਸਣਾ, ਆਪਣੇ ਆਪ ਨੂੰ ਸੁਣਾਉਣਾ, ਇਹ ਚੀਜ਼ ਹੋ ਰਹੀ ਹੈ। ਫਿਰ ਗੁਣ ਨੇ ਜਿਹੜਾ ਉਹ ਰਸਨਾ ਗੁਣ ਗੋਪਾਲ ਨਿਧ ਗਾਇਨ, ਉਹ ਨਿਧ ਆਏਗੀ ਖਜ਼ਾਨਾ। ਤੇ ਖਜ਼ਾਨਾ ਕੀ ਹੈ? ਤੁਹਾਡਾ ਪਰਸ ਫੁੱਲ ਹੋਇਆ ਕਿਸੇ ਚੀਜ਼ ਦੇ ਨਾਲ। ਤੇ ਜੇ ਤੁਸੀਂ ਕਿਸੇ ਦੇ ਆਲੇ ਦੁਆਲੇ ਕੁਝ ਨਾਲ ਖੁਸ਼ੀ ਦਾ ਇਜ਼ਹਾਰ ਕਰਦੇ ਹੋ ਜਾਂ ਤੁਹਾਨੂੰ ਲੱਗਦਾ ਵੀ ਹਾਂ ਮੈਂ ਬੜਾ ਖੁਸ਼ ਹਾਂ, ਫਿਰ ਕੀ ਕਰੋਗੇ? ਬਟਵੇ ਨੂੰ ਹੱਥ ਪਾਓਗੇ, 10 20 50 ਕੱਢੋਗੇ, ਲੈ ਫੜ ਭਾਈ, ਲੈ ਫੜ ਭਾਈ। ਤੇ ਜੇ ਬਟਵਾ ਲਗਾਤਾਰ ਭਰੀ ਜਾ ਰਿਹਾ, ਬੰਦਾ ਵੰਡੀ ਵੀ ਜਾਏਗਾ। ਜੇ ਉਹ ਨਿੱਤ ਅੰਦਰ ਆ ਰਹੀ ਹੈ ਤਾਂ ਤੁਸੀਂ ਨਿੱਤ ਦਾ ਪਸਾਰ ਵੀ ਕਰ ਰਹੇ ਹੋ। ਤੇ ਇਹ ਜਿਹੜੀਆਂ ਇਹ ਸਖੀਆਂ ਨੇ, ਫਿਰ ਇਕੱਲਾ ਹੱਥਾਂ ਨਾਲ ਸਿਰਫ ਨੋਟ ਦੇਣਾ ਹੀ ਚੀਜ਼ ਨਹੀਂ ਹੁੰਦੀ। ਚਿਹਰੇ ਨਾਲ ਤੁਸੀਂ ਸਮਾਈਲ ਕੀ ਦੇ ਰਹੇ ਹੋ, ਤੁਹਾਡੀ ਬਾਡੀ ਲੈਂਗੁਏਜ ਕੀ ਹੈ, ਤੁਹਾਡੀਆਂ ਅੱਖਾਂ ਕੀ ਬੋਲ ਰਹੀਆਂ ਨੇ, ਇਹ ਪੂਰੀ ਚੀਜ਼ ਹੈ ਸਾਰੀ ਸਾਰੀ। ਇਹ ਪੂਰ ਦਾ ਪੂਰੀ ਇਹ ਰਿਦਮ ਹੋ ਰਹੀ ਹੈ ਇਹਦੇ ਵਿੱਚ। ਇੱਥੇ ਸਾਹਿਬ ਨੇ ਕਿਹਾ ਗੁਣ ਗੋਪਾਲ ਗਾਵੋ ਨਿਤ ਸਖੀਓ। ਆਪਣੇ ਆਪ ਨੂੰ ਕਿਹਾ ਜਾ ਰਿਹਾ, ਉਹ ਮੇਰੀ ਸਖੀਓ, ਉਹ ਮੇਰੇ ਸਰੀਰ, ਉਹ ਮੇਰੀ ਪਾਇਆ, ਉਹ ਮੇਰੀ ਹੋਂਦ, ਆਹ ਕੰਮ ਕਰਨਾ ਆ। ਗੁਣ ਗੋਪਾਲ ਗਾਵੋ ਨਿਤ ਸਖੀਓ, ਸਗਲ ਮਨੋਰਥ ਪਾਏ ਰਾਮ। ਮੋਸਟਲੀ ਹੁਣ ਤੇ ਚਲੋ ਥੋੜ੍ਹਾ ਬਹੁਤ ਹੋ ਸਕਦਾ ਹੈ ਤਾਲੀਮ ਨਾਲ, ਐਕਸਪੋਜ਼ਰ ਨਾਲ ਚੀਜ਼ਾਂ ਬਦਲੀਆਂ, ਪਰ ਮਾਫੀ ਚਾਹਾਂ ਕਈ ਵਾਰ ਬਦਲੀਆਂ ਲੱਗਦੀਆਂ ਵੀ ਨਹੀਂ, ਕਿਉਂਕਿ ਆਪੋ ਆਪਣੇ ਇੰਟਰਸਟ ਦੇ ਮੁਤਾਬਕ ਚੀਜ਼ਾਂ ਲੋਕਾਂ ਨੂੰ ਲੱਗਦੀਆਂ। ਲੋਕਾਂ ਨੂੰ ਕਈ ਵਾਰ ਇਹੀ ਸ਼ਿਕਾਇਤ ਹੋਈ ਜਾਂਦੀ ਵੀ ਮੇਰਾ ਸਰੀਰ ਆ, ਮੇਰੇ ਸਰੀਰ 'ਤੇ ਨਾ ਹਜੇ ਤੱਕ ਤੇ ਬ੍ਰਾਂਡਡ ਕਲੋਥ ਹੀ ਨਹੀਂ ਪਾ ਕੇ ਵੇਖੇ, ਮੈਂ ਹੱਥਾਂ 'ਤੇ ਮਹਿੰਗੀਆਂ ਛਾਪਾਂ ਹੀ ਪਾ ਕੇ ਨਹੀਂ ਵੇਖੀਆਂ, ਮੈਂ ਅਜੇ ਇਹ ਐਕਚੁਅਲੀ ਇਹ ਜਿਹੜੀਆਂ ਡਿਜ਼ਾਇਰਸ ਜਿਹੜੀਆਂ ਨੇ ਇਹ ਐਵੇਂ ਦੀਆਂ ਹੁੰਦੀਆਂ ਨੇ। ਫਿਰ ਇਹਨਾਂ ਦੇ ਵਿੱਚ ਬੰਦਾ ਅਜੀਬ ਤਰ੍ਹਾਂ ਦੀ ਹਾਲਤ, ਇੱਕ ਅਜੀਬ ਅੰਦਰ ਆਪਣੇ ਅਫਸੋਸ, ਇੱਕ ਕੰਪਲੇਨਸ, ਇੱਕ ਇਸ ਕਿਸਮ ਦਾ ਰਿਗਰੈਟ ਫੀਲ ਕਰੀ ਜਾਂਦਾ ਸਾਰਾ। ਹੁਣ ਜਿਹੜਾ ਬੰਦਾ ਇੰਨਾ ਭੁੱਖਾ ਆ ਅੰਦਰੋਂ, ਉਹਨੂੰ ਤੁਸੀਂ ਮੌਕਾ ਦਿਓ ਕਿਸੇ ਕਿਸਮ ਦਾ, ਉਹ ਬਿਰਤੀ ਹਰਨਾਕਸ਼ ਬਿਰਤੀ ਬਣੇਗੀ। ਉਹ ਬਿਰਤੀ ਇਸ ਕਿਸਮ ਦੀ ਹੈ ਜਿਹੜੀ ਨਾ ਆਪਣਾ ਭਲਾ ਕਰੇਗੀ ਨਾ ਕਿਸੇ ਦਾ ਭਲਾ ਕਰੇਗੀ। ਜਿੰਨਾ ਅੱਜ ਸਰਮਾਇਆ ਧਰਤੀ ਦੇ ਉੱਤੇ ਨਾ ਸਰਮਾਇਆ ਕਦੀ ਹੋਇਆ ਨਹੀਂਗਾ, ਤੇ ਜਿੰਨੀ ਭੁੱਖ ਅੱਜ ਪਈ ਹੈ ਧਰਤੀ ਤੇ, ਇੰਨੀ ਭੁੱਖ ਵੀ ਕਦੀ ਨਹੀਂ ਹੋਈ। ਅਫਰੀਕਾ ਜਿਸ ਕੰਡੀਸ਼ਨ 'ਚ ਅੱਜ ਜਾ ਰਿਹਾ ਨਾ, ਇਸ ਤੋਂ ਪਹਿਲਾਂ ਕਦੀ ਹਿਸਟਰੀ 'ਚ ਅਫਰੀਕਾ ਐਵੇਂ ਨਹੀਂ ਹੋਇਆ। ਜਿੰਨੇ ਬੱਚੇ ਅੱਜ ਡਿਊ ਟੂ ਪਾਵਰਟੀ ਅੱਜ ਸਫਰ ਕਰ ਰਹੇ ਨੇ, ਇਹਨੇ ਕਦੀ ਨਹੀਂ ਕੀਤੇ। ਜਿਸ ਇਹ ਰਿਐਲਿਟੀ ਹੈ। ਇਹ ਕਿਉਂ ਹੋ ਰਿਹਾ? ਕਿਉਂਕਿ ਬੰਦੇ ਦੀ ਦਸ਼ਾ ਜਿਹੜੀ ਹੈ, ਜਿਹੜੀ ਆ ਬਾਤ ਹੋ ਰਹੀ ਹੈ, ਸਗਲ ਮਨੋਰਥ ਪਾਏ ਰਾਮ। ਮਨੋਰਥ ਬੰਦੇ ਨੂੰ ਲੱਗਦਾ ਨਾ ਨਾ ਮਨੋਰਥ ਤੇ ਫਿਰ ਸਾਡਾ ਜਿਹੜਾ ਸੌਰੀ ਟੂ ਸੇ ਜਿਹੜਾ ਅਸੀਂ ਇਕੋਨਮੀ ਦਾ ਮਾਡਲ ਵੀ ਜਿਹੜਾ ਅਡਾਪਟ ਕਰ ਲਿਆ ਨਾ, ਉਹ ਵੀ ਮਨੁੱਖ ਦੇ ਭਲੇ ਵਾਸਤੇ ਨਹੀਂ ਹੈਗਾ। ਹੁਣ ਮੁਸ਼ਕਲ ਇਹ ਹੈ, ਦੁਨੀਆ ਦੇ ਵਿੱਚ ਜਾਵਾਂਗੇ ਤੇ ਜਾਵਾਂਗੇ ਕਿੱਥੇ? ਲਾ ਐਂਡ ਆਰਡਰ ਨੂੰ ਲੈ ਲਓ, ਕੁਝ ਰਹਿਣ ਸਹਿਣ ਦੇ ਸਾਧਨ ਸੰਸਾਧਨ ਨੂੰ ਲੈ ਲਓ, ਇਹੀ ਤੇ ਕੁਝ ਖਿੱਤਾ ਹੈ ਜਿੱਥੇ ਰਹਿਣ ਦੀ ਲੋਕਾਂ ਨੂੰ ਕੁਝ ਖੁੱਲ੍ਹ ਮਿਲਦੀ ਹੈ, ਕੁਝ ਰਹਿ ਸਕਦੇ ਨੇ, ਅਦਰਵਾਈਜ਼ ਕਿਤੇ ਕੁਝ ਬਚਿਆ ਵੀ ਨਹੀਂਗਾ। ਪਰ ਸਹੀ ਰੂਪ ਵਿੱਚ ਦੇਖਿਆ ਜਾਏ, ਜਿਹੜੀ ਕੰਪਲੀਟ ਇੱਕ ਚੇਂਜ ਦੀ ਗੱਲ ਆਉਂਦੀ ਹੈ, ਤੇ ਇਹਦੇ ਲਈ ਬੀਇੰਗ ਏ ਸਿੱਖ ਸਾਡੇ ਕੋਲ ਮਾਡਲ ਤੇ ਹੈ ਬੜੇ ਕਮਾਲ ਦਾ,
ਪਰ ਮਾਫੀ ਚਾਹਾਂਗਾ ਅਸੀਂ ਆਪਣੇ ਨਿੱਜੀ ਜੀਵਨ ਵਿੱਚ ਵੀ ਪੂਰੀ ਤਰ੍ਹਾਂ ਅਡਾਪਟ ਨਹੀਂ ਕੀਤਾ ਉਹਨੂੰ, ਤੇ ਪੰਥਕ ਤੌਰ ਤੇ ਵੀ ਅਸੀਂ ਉਸ ਨੂੰ ਅਡਾਪਟ ਨਹੀਂ ਕਰ ਪਾ ਰਹੇ। ਨਹੀਂ ਤੇ ਦਰਬਾਰੇ ਖਾਲਸਾ ਦਾ ਮਾਡਲ ਜਿਹੜਾ ਆ, ਫਿਰ ਤੁਸੀਂ ਪਿੱਛੇ ਚਲੇ ਜਾਓ, ਉਹ ਮਾਡਲ ਤੇ ਬਹੁਤ ਕਮਾਲ ਦਾ ਆ, ਉਹਦੀ ਤਾਰੀਫ ਵੀ ਹੁੰਦੀ ਹੈ। ਉਹਦੇ ਵਿੱਚ ਬੰਦੇ ਦਾ ਸ਼ੋਸ਼ਣ ਨਹੀਂਗਾ, ਉਹਦੇ ਵਿੱਚ ਬੰਦੇ ਦੀਆਂ ਜਿਹੜੀਆਂ ਮਨੁੱਖੀ ਕਦਰਾਂ ਕੀਮਤਾਂ ਨੇ ਤਿਰਸਕਾਰ ਨਹੀਂ, ਸਤਿਕਾਰ ਹੈ। ਸੋ ਇਹੋ ਜਿਹੀ ਚੀਜ਼ ਤੇ ਭਲੇ ਦੀ ਹੈ ਨਾ। ਗੁਰੂ ਬਾਬਾ ਜਿਹੜੀ ਬਾਤ ਕਰਦੇ ਇੱਥੇ, ਕਹਿਣ ਲੱਗੇ ਹੁਣ ਇੱਕ ਹਾਇਰ ਲੈਵਲ ਦੀ ਸੈਟਿਸਫੈਕਸ਼ਨ ਮਿਲ ਰਹੀ ਹੈ ਆਪਣੇ ਆਪੇ ਤੋਂ। ਅਗਲਾ ਬਚਨ ਲਿਖਿਆ ਆ, ਸਫਲ ਜਨਮ ਹੋਵਾ ਮਿਲ ਸਾਧੂ, ਏਕ ਓਂਕਾਰ ਧਿਆਏ ਰਾਮ। ਮੇਰਾ ਜੀਵਨ ਸਫਲ ਹੋ ਗਿਆ ਸਾਧੂ ਨੂੰ ਧਿਆ ਕੇ। ਸਾਧੂ ਗੁਰੂ ਨੂੰ ਕਿਹਾ ਜਾ ਰਿਹਾ ਇੱਥੇ। ਏਕ ਓਂਕਾਰ ਧਿਆਏ ਰਾਮ, ਇਹ ਮੰਜ਼ਿਲੇ ਮਕਸੂਦ ਹੈ ਸਾਡੀ। ਉਹ ਓਂਕਾਰ, ਇੱਕ ਓਂਕਾਰ ਜਿਹੜਾ ਹੈ, ਉਸ ਵਨਨੈਸ ਨੂੰ ਅਸੀਂ ਇੰਜੋਏ ਕਰਨਾ ਆ। ਅਸੀਂ ਇਸ ਦੁਨੀਆ ਦੇ ਉਸ ਇਨਕਲੂਸਿਵ ਰੂਪ ਨੂੰ, ਸਾਰਿਆਂ 'ਚ ਮਰਜ ਹੋਈ ਉਸ ਜਾਤ ਤੇ ਜੋਤ ਨੂੰ ਮੰਨਣਾ ਆ। ਵੋਕੈਬਲਰੀ ਆ ਗੁਰਮਤ ਦੀ ਥੋੜ੍ਹੀ ਐਫਰਟ ਪਾਵਾਂਗੇ, ਸਮਝ ਵੀ ਆ ਜਾਏਗੀ, ਕਿਉਂਕਿ ਸਾਡਾ ਹੀ ਤੇ ਵਿਰਸਾ ਆ। ਤੁਸੀਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਪੜ੍ਹਦੇ ਹੋ ਨਾ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਦੇਖੋ ਅੰਤ ਤੇ ਕੋਈ ਹੈ ਨਹੀਂ ਉਹਦਾ। ਕੋਈ ਬੰਦਾ ਕਿ ਵਟ ਇਜ਼ ਗॉड, ਕੈਨ ਯੂ ਐਕਸਪਲੇਨ ਮੀ? ਭਾਈ ਨੋ ਵਨ ਕੈਨ ਐਕਸਪਲੇਨ ਇਟ। It's not my idea. It's not actually my thoughts. Baba Nanak ji is giving these thoughts to us. Baba ji saying, ਅੰਤ ਨਾ ਜਾਈ ਲਖਿਆ। ਫਿਰ ਉਹਦੇ ਨਾਲ ਰਾਫਤਾ ਕਿਵੇਂ ਬਣੇਗਾ? ਜਾਤ ਮੈਂ ਜੋਤ, ਜੋਤ ਮੈਂ ਜਾਤਾ। ਉਹਦੀ ਜਾਤ ਉਹਦੀ ਜੋਤ ਹੈ, ਰੱਬ ਦੀ ਜਾਤ ਰੱਬ ਦੀ ਜੋਤ ਹੈ। ਬਸ ਜਿੰਨਾ ਤੁਸੀਂ ਉਹਦੀ ਜੋਤ ਨੂੰ ਮਾਣ ਪਾਓਗੇ, ਉਸ ਵਨਨੈਸ ਨੂੰ, ਉਸ ਏਕ ਓਂਕਾਰ ਨੂੰ, ਭਈ ਉਤਨਾ ਹੀ ਕਰਤਾਰ ਤੋਂ ਵੀ ਬਲਿਹਾਰ ਜਾਓਗੇ, ਕੁਦਰਤ ਤੋਂ ਵੀ ਬਲਿਹਾਰ ਜਾਓਗੇ। ਇੱਥੇ ਕਿਹਾ ਏਕ ਓਂਕਾਰ ਧਿਆਏ ਰਾਮ, ਜਪ ਏਕ ਪ੍ਰਭੂ ਅਨੇਕ ਰਵਿਆ। ਜਪਣਾ ਇੱਕ ਨੂੰ ਹੀ ਹੈ, ਪਰ ਉਹਦਾ ਰਵਣ ਅਨੇਕ ਵਿੱਚ ਹੋਇਆ ਹੈ। ਉਸ ਇੱਕ ਦੀ ਵਿਦਵੰਤਾ ਜਿਹੜੀ ਉਹਦੀ ਮੌਜੂਦਗੀ ਹੈ, ਜਿਹੜੀ ਉਹਦੀ ਐਗਜ਼ਿਸਟੈਂਸ ਆ, ਉਹ ਸਾਰੇ ਕਾਸੇ ਦੇ ਵਿੱਚ ਆ। ਕਿਆ ਜਪ ਏਕ ਪ੍ਰਭੂ ਅਨੇਕ ਰਵਿਆ, ਸਰਬ ਮੰਡਲ ਛਾਇਆ। ਤੇ ਉਹਦੀ ਛਾਇਆ ਸਰਬ ਮੰਡਲ ਆ। ਮਤਲਬ ਜਿਹਦੀ ਪ੍ਰਤਾਪ ਦੀ ਗੱਲ ਕਰ ਰਹੇ ਸੀ ਨਾ ਅਸੀਂ, ਕੋਈ ਬੰਦਾ ਕਹੇ ਵੀ ਠੀਕ ਹੈ ਬਈ ਕਿਸੇ ਤੇ ਰੱਬ ਦੀ ਛਤਰੀ ਦੀ ਛਾਂ ਹੋਏਗੀ, ਸਾਡੇ ਤੇ ਨਹੀਂ। ਬਾਬਾ ਜੀ ਕਹਿੰਦੇ ਸਭ ਤੇ ਹੈ। ਉਹ ਸਭ ਨੂੰ ਪ੍ਰਤਪਾਲ ਰਿਹਾ, ਸਭ ਦੇ ਉੱਤੇ ਆਪਣੀ ਛਾਇਆ ਫੈਲਾ ਰਿਹਾ ਹੈ। ਬ੍ਰਹਮੋ ਪਸਾਰਾ ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਬ੍ਰਹਮੋ ਪਸਾਰਾ। ਹੁਣ ਇਹ ਕਈ ਵਾਰ ਲੋਕ ਕਹਿੰਦੇ ਨੇ ਕਿ what is the difference between Vedic ideology and ਗੁਰਮਤ ਸਕੂਲ? ਆਹੀ ਫਰਕ ਹੈ। ਇੱਥੇ ਬ੍ਰਹਮਵੇਤਾ ਬਣਾ ਦਿੱਤਾ ਜਾਂਦਾ ਤੇ ਹਰ ਕਿਸੇ ਨੂੰ ਦੱਸਿਆ ਜਾਂਦਾ ਹੈ ਉਹ ਬ੍ਰਹਮ ਦਾ ਹੀ ਪਸਾਰਾ ਹੈ ਚਾਰ ਚੁਫੇਰੇ। ਬ੍ਰਹਮੋ ਪਸਾਰਾ ਬ੍ਰਹਮ ਪਸਰਿਆ। ਪਸਾਰਨ ਵਾਲਾ ਤੇ ਬ੍ਰਹਮ ਹੋਣ ਵਾਲਾ ਦੋਨੋਂ ਹੀ ਉਹ ਹੈ। ਮਤਲਬ ਕੋਈ ਵੱਖਰਾ ਨਹੀਂਗਾ। ਨਾ ਉਹਦੀ ਬਣਾਈ ਹੋਈ ਸ੍ਰਿਸ਼ਟੀ ਉਹ ਤੋਂ ਵੱਖਰੀ ਹੈ, ਤੇ ਨਾ ਸ੍ਰਿਸ਼ਟੀ ਸਿਰਜਣਹਾਰ ਉਹ ਉਹਦੇ ਤੋਂ ਵੱਖਰਾ ਹੈ। ਬ੍ਰਹਮੋ ਪਸਾਰਾ ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਹੁਣ ਸਭ ਉਹੀ ਨਜ਼ਰ ਆ ਰਿਹਾ ਹੈਗਾ। ਜਲ ਥਲ ਮਹੀਲ ਪੂਰ ਪੂਰਨ, ਤਿਸ ਬਿਨਾ ਨਹੀਂ ਜਾਪੇ। ਜਲ ਥਲ ਮਹੀਲ ਕੀ ਆਕਾਸ਼ ਕੀ ਧਰਤੀ ਕੀ ਪਾਣੀ, ਸਭ ਉਹੀ ਤੇ ਮੌਜੂਦ ਆ। ਹਰ ਐਲੀਮੈਂਟ ਉਹਦੇ ਵਿੱਚੋਂ ਆ ਰਿਹਾ, ਉਹਦੇ ਵਿੱਚ ਸਮਾ ਰਿਹਾ। ਪੂਰ ਪੂਰਨ ਤਿਸ ਬਿਨਾ ਨਹੀਂ ਕੋਏ, ਤਿਸ ਬਿਨਾ ਨਹੀਂ ਜਾਏ। ਉਹਦੇ ਤੋਂ ਬਿਨਾ ਹੋਰ ਕੋਈ ਜਗ੍ਹਾ ਕੋਈ ਹੈ ਹੀ ਨਹੀਂ, ਅਸਥਾਨ ਕਿਸੇ ਰੂਪ ਦੇ ਵਿੱਚ। ਪੇਖ ਦਰਸ਼ਨ ਨਾਨਕ ਬਿਗਸੈ। ਹੇ ਨਾਨਕ ਕਹੇ ਜਦੋਂ ਮੈਂ ਉਹਦੇ ਦੀਦਾਰ ਪਾਉਣਾ ਆ, ਜਦੋਂ ਮੈਂ ਉਹਨੂੰ ਵੇਖਦਾ ਇਸ ਲੈਵਲ ਤੇ, ਪੇਖ ਦਰਸ਼ਨ ਨਾਨਕ ਬਿਗਸੈ, ਆਪ ਲਏ ਮਿਲਾਏ। ਤੇ ਇਹ ਮੇਰੀ ਐਫਰਟ ਨਹੀਂ ਹੈ, ਗੁਰੂ ਅਰਜਨ ਸਾਹਿਬ ਕਹਿੰਦੇ, ਉਹਨੇ ਆਪ ਹੀ ਮਿਲਾ ਲਿਆ ਆ। ਮੈਂ ਤੇ ਅਰਦਾਸ ਹੀ ਕੀਤੀ ਸੀ, ਉਹ ਸਰਬ ਵਿਆਪੀ ਤੱਤ ਨੇ ਮੇਰੀ ਸੁਰਤ ਵਿੱਚ ਆ ਕੇ ਮੈਨੂੰ ਉਜਾਗਰ ਕਰ ਦਿੱਤਾ, ਜਿਹਨੂੰ ਅਸੀਂ ਅੰਗਰੇਜ਼ੀ 'ਚ ਇੱਕ ਵਰਡ ਯੂਜ਼ ਕਰਦੇ ਹਾਂ, ਇਨਲਾਈਟਮੈਂਟ। ਰੌਸ਼ਨ ਦਿਮਾਗ ਹੋ ਜਾਣਾ। ਮੈਨੂੰ ਉਸਨੇ ਉਸ ਰੌਸ਼ਨੀ ਦੇ ਨਾਲ ਨਵਾਜ਼ ਦਿੱਤਾ, ਉਸ ਰੌਸ਼ਨ ਅਹਿਸਾਸ ਦੇ ਵਿੱਚ ਮੈਨੂੰ ਉਸਨੇ ਪਾ ਦਿੱਤਾ। ਸਾਹਿਬ ਰਹਿਮਤ ਕਰਨ ਇਹਨਾਂ ਆਲਮੀ ਵਾਕਾਂ ਦਾ ਜਿਹੜਾ ਸੁਨੇਹਾ ਹੈ ਉਹ ਸਾਡੀ ਸੁਰਤ ਤੱਕ ਪਹੁੰਚਦਾ ਹੋ ਸਕੇ, ਇਹੀ ਦਿਲੀ ਅਰਦਾਸ ਹੈ। ਕਿਸਾਨ ਹੱਕ ਹਕੂਕਾਂ ਲਈ ਜੂਝ ਰਹੇ ਮਾਈ ਭਾਈ ਦੀ ਚੜ੍ਹਦੀ ਕਲਾ ਤੇ ਸਫਲਤਾ ਦੀ ਅਰਦਾਸ ਦੇ ਨਾਲ ਸਮਾਪਨ ਕਰ ਰਹੇ ਹਾਂ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।